ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸਵਾਣ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਅਠਸਰ ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਨ ਮਿਲਿਆ ਗੁਰ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁੱਜੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਤੁਖਾਰੀ ਰਾਗ ਹੈ, ਜਿਹਦੇ ਅੰਦਰ ਉਹਨਾਂ ਨੇ ਮਾਘ ਮਹੀਨੇ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਮਾਘ ਰਾਜ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਮਾਘ ਮਹੀਨੇ ਦੀ ਸਾਨੂੰ ਪਰਿਭਾਸ਼ਾ ਦੱਸੀ ਹੈ ਵਿਆਖਿਆ ਕਰਕੇ। ਤੇ ਉਸ ਦਿਨ ਦਾਸ ਨੇ ਕਿਹਾ ਸੀ ਵੀ ਫਿਰ ਕਿਸੇ ਦਿਨ ਆਪਾਂ ਮਾਘ ਮਹੀਨੇ ਦੀ ਕਥਾ ਕਰਾਂਗੇ, ਕਿਉਂਕਿ ਕੱਲ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਤੇ ਉਹ ਵੀ ਸੰਗਤਾਂ ਨੇ ਮਨਾਉਣਾ ਹੈ। ਇਹ ਜਿਹੜੀਆਂ ਤਰੀਕਾਂ ਅੱਗੇ ਪਿੱਛੇ ਆਉਂਦੀਆਂ ਨੇ ਭਾਈ, ਇਹ ਦੇਸੀ ਮਹੀਨੇ ਦੇ ਮੁਤਾਬਕ ਅਸੀਂ ਚੱਲਦੇ ਹਾਂ, ਤੇ ਦੇਸੀ ਮਹੀਨੇ ਦੇ ਮੁਤਾਬਕ ਜਿਹੜੀਆਂ ਇਹ ਤਰੀਕਾਂ ਅੱਗੇ ਪਿੱਛੇ ਆਉਣੀਆਂ ਹੀ ਆਉਣੀਆਂ। ਜਿਸ ਤਰ੍ਹਾਂ ਜਨਮ ਅਸ਼ਟਮੀ ਆ, ਰਾਮਨੌਮੀ ਆ, ਈਦ ਵਾ, ਬਕਰੀਦ ਵਾ, ਉਹ ਵੀ ਅੰਗਰੇਜ਼ੀ ਤਰੀਕ ਦੇ ਮੁਤਾਬਕ ਇੱਕ ਸਮੇਂ ਨਹੀਂ ਆਉਂਦੀ। ਜੇ ਇਸ ਸਾਲ 10 ਤਰੀਕ ਨੂੰ ਆਏਗੀ ਈਦ, ਤੇ ਅਗਲੀ ਸਾਰੀ ਹੋ ਸਕਦਾ ਉਹ ਗਾਂ 15 ਨੂੰ ਜਾਂ 20 ਨੂੰ ਆਵੇ। ਤੋ ਖੈਰ ਆਓ ਆਪਾਂ ਗੁਰਪੁਰਬ ਮਨਾਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ, ਜਦੋਂ ਮਰਜ਼ੀ ਮਨਾ ਲਓ ਭਾਈ। ਪਰ ਅਸੀਂ ਝਗੜਿਆਂ ਵਾਲੇ ਪਾਸੇ ਪੈ ਗਏ ਜੀ। ਇਹ ਪਿਛਲੇ ਸਾਲ ਤਾਂ ਇੰਨੀ ਤਰੀਕ ਨੂੰ ਆਇਆ ਸੀ, ਐਰਕੀ ਇੰਨੀ ਨੂੰ ਆ ਗਿਆ, ਅਸੀਂ ਝਗੜਿਆਂ 'ਚ ਹੀ ਪੈ ਗਏ। ਤੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਮਾਘ ਰਾਜ ਦੀ ਜਿਹੜੀ ਵਿਆਖਿਆ ਕੀਤੀ ਹੈ, ਇਸ ਮਹੀਨੇ ਦੀ ਇੱਕ ਪ੍ਰਥਾ ਸੀ ਕਿ ਇਸ ਮਹੀਨੇ ਦੇ ਵਿੱਚ ਤੀਰਥਾਂ ਦੇ ਜਾ ਕੇ ਇਸ਼ਨਾਨ ਕੀਤਾ ਜਾਵੇ, ਤੇ ਉਸ ਇਸ਼ਨਾਨ ਦਾ ਬਹੁਤ ਵੱਡਾ ਮਹੱਤਵ ਹੈ। ਤੇ ਦੂਸਰਾ, ਇਸ ਮਹੀਨੇ ਦੇ ਵਿੱਚ ਦਾਨ ਕੀਤਾ ਜਾਵੇ। ਦਾਨ ਦੇ ਇਸ਼ਨਾਨ ਮੱਕਰ ਦੀ ਸੰਗਰਾਂਦ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ, ਤੇ ਇਹਦੇ ਵਿੱਚ ਕਰਨਾ ਚਾਹੀਦਾ। ਸਾਡੇ ਜਿਹੜੇ ਪੁਰਾਣੀਆਂ ਪੌਰਾਣਿਕ ਕਥਾਵਾਂ ਨੇ, ਵੇਦਾਂ ਸ਼ਾਸਤਰਾਂ, ਜੋ ਮਹਾਂਪੁਰਖਾਂ ਵੱਲੋਂ ਚਲਾਈਆਂ ਹੋਈਆਂ ਰੀਤੀਆਂ ਨੇ। ਪਰ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਬਾਹਰੀ ਤੀਰਥ ਦੀ ਕੋਈ ਬਹੁਤੀ ਮਹਾਨਤਾ ਨਹੀਂ ਦੱਸਦੇ। ਜਿਸ ਤਰ੍ਹਾਂ ਇੱਕ ਬਚਨ ਆਉਂਦਾ ਗੁਰੂ ਕਾ ਕੇ ਤੀਰਥ ਨਾਈਏ ਸੁਖ ਫਲ ਪਾਈਏ, ਮੈਲ ਨ ਲਾਗੇ ਕਾਈ। ਇਹ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਆ ਵੀ ਤੀਰਥ ਨਾਈਏ, ਪਰ ਇਹ ਸਿੱਧਾ ਨੇ ਆਖਿਆ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਅਸੀਂ ਤੀਰਥਾਂ ਤੇ ਨਹਾਉਣੇ ਆ ਤੇ ਸੁੱਖ ਫਲ ਦੀ ਪ੍ਰਾਪਤੀ ਹੁੰਦੀ ਆ।
ਹਾਲਾਂਕਿ ਦੁਨੀਆਦਾਰ ਤੀਰਥਾਂ ਤੇ ਜਾਵੇ ਤਾਂ ਮੰਨਿਆ ਜਾ ਸਕਦਾ ਹੈ ਕਿ ਸਾਧੂ ਮਹਾਤਮਾ ਵੀ ਆਖੇ ਕਿ ਮੈਨੂੰ ਤੀਰਥਾਂ ਦੀ ਲੋੜ ਹੈ। ਇਹ ਜੋਗੀ ਕਹਿ ਰਹੇ ਨੇ ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨ ਲਾਗੇ ਕਾਈ। ਇਹ ਹੁਣ ਜੋਗੀ ਕਹਿ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ। ਹਾਂ, ਦੁਨੀਆਦਾਰ ਨੂੰ ਤੀਰਥਾਂ ਤੇ ਜਾਣ ਦਾ ਕੋਈ ਹੋ ਸਕਦਾ ਹੈ ਕੋਈ ਲਾਭ ਹੋਵੇ, ਤੇ ਸਾਧੂ ਮਹਾਤਮਾ ਆਪਣੇ ਵਿਖਾਉਣ ਵਾਲਾ ਵੀ ਤੀਰਥਾਂ ਤੇ ਜਾਵੇ, ਗੱਲ ਬਣਦੀ ਨਹੀਂ ਹੈ। ਕਬੀਰ ਸਾਹਿਬ ਨੇ ਇੱਕ ਬਚਨ ਕੀਤਾ ਵੀ ਕਉ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਮੈਨੂੰ ਇਹ ਨਹੀਂ ਸਮਝ ਲੱਗਣ ਦਈ ਵੀ ਤੀਰਥ ਵੱਡਾ ਵਾ ਕਿ ਸੰਤ ਵੱਡਾ ਵਾ, ਹਰ ਕਾ ਦਾਸ ਵੱਡਾ ਵਾ। ਪਰ ਨਹੀਂ, ਇਹ ਸਵਾਲ ਵਿੱਚੋਂ ਹੀ ਜਵਾਬ ਲੱਭਣਾ ਵਾ ਕਿ ਸਾਧੂ ਤੀਰਥ ਪ੍ਰਗਟ ਕਰ ਸਕਦਾ ਹੈ, ਪਰ ਤੀਰਥ ਸਾਧੂ ਨੂੰ ਨਹੀਂ ਪ੍ਰਗਟ ਕਰ ਸਕਦਾ। ਜਿਸ ਤਰ੍ਹਾਂ ਇੱਕ ਗੁਰੂ ਕੀ ਬਾਣੀ ਕਾ ਵਚਨ ਆਉਂਦਾ 68 ਤੀਰਥ ਦੇ ਸਾਧ ਪੱਗ ਧਰੇ। ਜਿੱਥੇ ਸਾਧੂ ਦਾ ਪੈਰ ਟਿਕਦਾ ਹੈ ਉਥੇ 68 ਤੀਰਥ ਹੁੰਦੇ ਨੇ, ਉਹਦੇ ਪੈਰ ਦੇ ਥੱਲੇ 68 ਤੀਰਥ ਹੁੰਦੇ ਨੇ। 68 ਤੀਰਥ ਦੇ ਸਾਧ ਪੱਗ ਧਰੇ, ਤੇ ਤਹਾਂ ਬਕੁੰਠ ਜੈ ਨਾਮ ਉਚਰੇ। ਉਹਦੇ ਪੈਰਾਂ ਦੇ ਥੱਲੇ ਸਾਰੇ ਤੀਰਥ ਹੁੰਦੇ ਨੇ, ਤੇ ਜਿੱਥੇ ਬੈਠ ਕੇ ਉਹ ਜਪ ਕਰਦਾ ਹੈ ਉਹ ਬਕੁੰਠ ਹੁੰਦਾ ਹੈ। 68 ਤੀਰਥ ਜੈ ਸਾਧ ਪੱਗ ਧਰੇ, ਤਹਾਂ ਬਕੁੰਠ ਜੈ ਨਾਮ ਉਚਰੇ। ਤੋ ਇਸ ਕਰਕੇ ਮਾਂ ਕਬੀਰ ਸਾਹਿਬ ਕਹਿੰਦੇ ਕਹੇ ਕਬੀਰ ਹੋਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਇਹ ਸਵਾਲ ਵਿੱਚੋਂ ਹੀ ਜਵਾਬ ਲੱਭਣਾ ਵਾ ਵੀ ਤੀਰਥ ਨਹੀਂ ਵੱਡਾ। ਮਾਂ ਵੱਡੀ ਹੁੰਦੀ ਆ, ਪੁੱਤ ਵੱਡਾ ਨਹੀਂ ਹੁੰਦਾ। ਸਾਧੂ ਵੱਡਾ ਹੁੰਦਾ ਵਾ, ਤੀਰਥ ਵੱਡਾ ਨਹੀਂ ਹੁੰਦਾ। ਕਹਿ ਕਬੀਰ ਹੋਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਇਹ ਹੁਣ ਸਿੱਧ ਸਵਾਲ ਕਰਦੇ ਨੇ ਤੀਰਥ ਨਹਾਈਐ ਸੁਖ ਫਲ ਪਾਈਐ। ਅਸੀਂ ਤੀਰਥਾਂ ਤੇ ਜਾਂਦੇ ਆ, ਨਹਾਉਂਦੇ ਆ, ਤੇ ਸੁੱਖ ਵੀ ਮਿਲਦਾ ਤੇ ਫਲ ਵੀ ਮਿਲਦਾ ਹੈ। ਹਾਂ, ਇਹ ਗੁਰੂ ਕਾ ਵਾਕ ਆਉਂਦਾ ਕਿ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ। ਗੰਗਾ ਕਿਤੇ ਜਾਵੇ, ਕੋ ਤੀਰਥਾਂ ਤੇ ਜਾਵੇ, ਇਹ ਤੇ ਦੁਨੀਆਦਾਰ ਦੀ ਬਾਤ ਹੈ, ਸਾਧੂ ਦੀ ਬਾਤ ਨਹੀਂ ਹੈ। ਸਾਧੂ ਨੂੰ ਕੋਈ ਲੋੜ ਨਹੀਂ ਹੈ ਤੀਰਥਾਂ ਤੂਰਥਾਂ ਦੀ। ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ, ਨਾਰਾਇਣ ਸੋ ਪ੍ਰਸੰਨ ਹੋਵੇ ਤਾਂ ਸੇਵਕ ਨਾਮਾ। ਦੁਨੀਆਦਾਰ ਤੀਰਥਾਂ ਤੇ ਜਾਵੇ ਨਹਾਵੇ, ਪਰ ਨਾਮ ਭਗਤ ਨਾਮਦੇਵ ਜੀ ਕਹਿੰਦੇ ਮੈਂ ਤੇ ਉਹ ਕੰਮ ਕਰ ਰਿਹਾ ਜਿਹਦੇ ਨਾਲ ਰੱਬ ਖੁਸ਼ ਹੋਵੇ, ਕਿਉਂਕਿ ਰੱਬ ਨੇ ਕੋਈ ਤੀਰਥ ਨਹੀਂ ਬਣਾਇਆ। ਤੇ ਗੁਰਮਤਿ ਅਨੁਸਾਰ ਤੀਰਥ ਕਿਹੜਾ ਵਾ? ਤੀਰਥ ਹਮਰਾ ਹਰ ਕਾ ਨਾਮ, ਗੁਰੂ ਉਪਦੇਸਿਆ ਤਤ ਗਿਆਨ। ਗੰਗਾ ਜਲ ਗੁਰ ਗੋਬਿੰਦ ਨਾਮ, ਹਰੀ ਦਾ ਨਾਮ ਜਿਹੜਾ ਤੀਰਥ ਹੈ। ਗੁਰੂ ਤੀਰਥ ਵਾ, ਗੁਰ ਤੀਰਥ ਦਰਿਆਓ, ਜਿਤ ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਗੁਰੂ ਤੀਰਥ ਹੈ, ਸ਼ਬਦ ਤੀਰਥ ਹੈ, ਰੱਬ ਦਾ ਨਾਮ ਤੀਰਥ ਹੈ, ਸੰਗਤ ਤੀਰਥ ਹੈ। ਇਹਨਾਂ ਤੀਰਥਾਂ ਨੂੰ ਜਿਹੜਾ ਮੰਨੇਗਾ ਉਹਨੂੰ ਫਿਰ ਇੱਕ ਬਚਨ ਗੁਰੂ ਕਾ ਆਉਂਦਾ ਕਿ ਮਾਗ ਪਨੀਤ ਭਈ। ਤੀਰਥ ਅੰਤਰ ਜਾਣਿਆ
ਜਿਹੜੇ ਬਾਹਰੀ ਗੁਰੂ ਤੀਰਥ ਨਾਲ ਜੁੜਨਗੇ, ਜਿਹੜੇ ਬਾਹਰੀ ਸੰਗਤ ਰੂਪੀ ਤੀਰਥ ਨਾਲ ਜੁੜਨਗੇ, ਜਿਹੜੇ ਨਾਮ ਨਾਲ ਜੁੜਨਗੇ, ਉਹਨਾਂ ਨੂੰ ਫਿਰ ਅੰਦਰ ਦਾ ਤੀਰਥ ਮਿਲ ਜੂਗਾ। ਬਾਹਰਲੇ ਤੀਰਥਾਂ ਦੇ ਉੱਤੋਂ ਅੰਦਰਲੇ ਤੀਰਥ ਦੀ ਪ੍ਰੇਰਣਾ ਮਿਲਦੀ ਹੈ। ਕੋਈ ਤੀਰਥਾਂ ਤੇ ਜਾਵਾਂਗੇ, ਕੋਈ ਸਾਧੂ ਮਹਾਤਮਾ ਦੀ ਬਚਨ ਸੁਣਾਂਗੇ, ਕੋਈ ਨਾਮ ਜਪਾਂਗੇ, ਕੋਈ ਸੇਵਾ ਕਰਾਂਗੇ, ਕੋਈ ਦਾਨ ਪੁੰਨ ਕਰਾਂਗੇ, ਤੇ ਕੋਈ ਅੰਦਰ ਦੀ ਸੋਝੀ ਹੋ ਜੂ। ਪਰ ਗੁਰਮਤਿ ਅਨੁਸਾਰ ਤੀਰਥ ਅੰਦਰ ਹੀ ਹੈ। ਮਾਗ ਪਨੀਤ ਪਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸਮਾਨਿਆ। ਤੇ ਮਹਾਰਾਜ ਕਹਿੰਦੇ, ਧੰਨ ਗੁਰੂ ਅਰਜਨ ਦੇਵ ਕਹਿੰਦੇ, ਮਾਘ ਦਾ ਇਸ਼ਨਾਨ ਕਰੋ, ਦਾਨ ਕਰੋ, ਪਰ ਕੈਸਾ ਇਸ਼ਨਾਨ ਤੇ ਕੈਸਾ ਦਾਨ, ਇਹ ਵੀ ਗੱਲ ਨਾਲ ਹੈ। ਤੇ ਮਹਾਰਾਜ ਕਹਿੰਦੇ, ਮਾਘ ਮੱਜਨ ਸੰਗ ਸਾਧੂਆ, ਮੱਜਨ ਕਰੋ, ਇਸ਼ਨਾਨ ਕਰੋ, ਪਰ ਕਿੱਥੇ ਕਰੋ? ਸੰਗ ਸਾਧੂਆ। ਸੰਗਤ ਵਿੱਚ ਬਹਿਣਾ, ਕਿਉਂਕਿ ਸੰਗਤ ਸਰੋਵਰ ਆ। ਜਿਸ ਤਰ੍ਹਾਂ ਬਾਹਰੀ ਸਰੋਵਰ ਨੇ, ਅਸੀਂ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਦੇ ਹਾਂ ਨਾ, ਇਸੇ ਤਰ੍ਹਾਂ ਗੁਰਬਾਣੀ ਨੇ ਸੰਗਤ ਨੂੰ ਇੱਕ ਸਰੋਵਰ ਮੰਨਿਆ ਹੈ। ਤੇ ਮਹਾਰਾਜ ਕਹਿੰਦੇ, ਜਿਹੜਾ ਸੰਗਤ ਵਿੱਚ ਬਹਿਣਾ, ਇਹ ਮਾਘ ਦਾ ਇਸ਼ਨਾਨ ਹੈ। ਮਾਘ ਮੱਜਨ ਸੰਗ ਸਾਧੂਆਂ, ਸੰਗਤ ਵਿੱਚ ਬਹਿਣਾ, ਸਾਧੂਆਂ ਦਾ ਸੰਗ ਕਰਨਾ, ਇਹ ਮਾਘ ਮਹੀਨੇ ਦਾ ਇਸ਼ਨਾਨ ਹੈ। ਤੇ ਧੂੜੀ ਕਰ ਇਸ਼ਨਾਨ, ਇੱਕ ਲੋਕੀ ਚਰਨ ਧੂੜ ਨੂੰ ਵੀ ਬੜਾ ਮਹਾਨ ਮੰਨਦੇ ਨੇ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ, ਧੂੜੀ ਮੰਜਨ ਸਾਧਕ ਹੈ ਸਾਈਂ ਥੀਏ ਕਿਰਪਾਲ। ਜਿਨ੍ਹਾਂ ਨੂੰ ਸਾਧਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਂਦੀ ਹੈ, ਮਾਲਕ ਬੜਾ ਖੁਸ਼ ਹੁੰਦਾ ਉਹਨਾਂ ਉੱਤੇ। ਧੂੜੀ ਮੰਜਨ ਸਾਧਕ ਹੈ ਸਾਈਂ ਥੀਏ ਕਿਰਪਾਲ। ਤੋ ਮਹਾਰਾਜ ਕਹਿੰਦੇ ਆ ਵੀ ਧੂੜੀ ਕਰ ਇਸ਼ਨਾਨ, ਅਥਵਾ ਜਿਹੜੇ ਇੱਕ ਤੇ ਉਹਨਾਂ ਕੋ ਬਹਿਣਾ, ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘਟੇ ਰਾਸ। ਤੇ ਦੂਸਰਾ ਮਹਾਰਾਜ ਕਹਿੰਦੇ, ਧੂੜੀ ਕਰ ਇਸ਼ਨਾਨ, ਉਹਨਾਂ ਦੇ ਬਚਨਾਂ ਨੂੰ ਮੰਨਣਾ। ਪਹਿਲਾਂ ਤਾਂ ਉਹਨਾਂ ਕੋਲ ਬਹਿਣਾ, ਸਾਧੂ ਮਹਾਤਮਾ ਸੰਗਤ ਗੁਰੂ ਪੀਰ ਦੇ ਕੋਲ ਬਹਿਣਾ, ਤੇ ਦੂਸਰਾ ਉਹਨਾਂ ਦੇ ਬਚਨਾਂ ਨੂੰ ਮੰਨਣਾ। ਮਾਘ ਮੱਜਨ, ਮਾਘ ਦਾ ਇਸ਼ਨਾਨ, ਸਾਧੂਆਂ ਦਾ ਸੰਗ, ਧੂੜੀ ਕਰ, ਉਹਨਾਂ ਦੇ ਬਚਨਾਂ ਨੂੰ ਮੰਨਣਾ, ਇਹ ਵੀ ਇੱਕ ਇਸ਼ਨਾਨ ਹੈ। ਇੱਕ ਉਹਨਾਂ ਕੋਲ ਬਹਿਣਾ, ਇਹ ਵੀ ਇਸ਼ਨਾਨ ਹੈ। ਤੇ ਉਹਨਾਂ ਦੇ ਬਚਨਾਂ ਨੂੰ ਮੰਨ ਲੈਣਾ, ਇਹ ਵੀ ਇਸ਼ਨਾਨ ਹੈ। ਕਿਉਂਕਿ ਗੁਰੂ ਕੇ ਬਚਨਾਂ ਨੂੰ ਤੀਰਥ ਮੰਨਿਆ ਜਾਂਦਾ ਹੈ। ਸਾਧੂ ਤੀਰਥ ਹੈ, ਸੰਗਤ ਤੀਰਥ ਹੈ, ਰੱਬ ਦਾ ਨਾਮ ਤੀਰਥ ਹੈ, ਗੁਰੂ ਤੀਰਥ ਹੈ, ਤੇ ਫਿਰ ਇੱਕ ਅੰਦਰ ਵੀ ਤੀਰਥ ਹੈ। ਜਿੱਦਾਂ ਮਹਾਰਾਜ ਨੇ ਕਿਹਾ ਨਾ ਕਿ ਹੰਸੇਤ ਕੋ ਲੋਭ ਕੋ ਚਾਰੇ ਨਦੀਆਂ ਅੱਗ। ਸਾਰੇ ਸਾਡੇ ਅੰਦਰ ਹੀ ਚਾਰ ਨਦੀਆਂ ਅੱਗ ਦੀਆਂ ਵਗ ਰਹੀਆਂ ਨੇ, ਤੇ ਪਰ ਸਾਡੇ ਅੰਦਰ ਇੱਕ ਤੀਰਥ ਵੀ ਆ। ਇਸ ਕਾਇਆ ਅੰਦਰ ਸਭ ਕੁਛ ਪਾਇਆ, ਮਹਾਰਾਜ ਨੇ ਐਸਾ ਵੀ ਕਿਹਾ। ਤੇ ਮਹਾਰਾਜ ਕਹਿੰਦੇ, ਧੂੜੀ ਕਰ ਇਸ਼ਨਾਨ, ਉਹਨਾਂ ਦੇ ਬਚਨਾਂ ਨੂੰ ਮੰਨਣਾ, ਇਹ ਤੇਰਾ ਇਸ਼ਨਾਨ ਹੋਵੇ। ਉਹਨਾਂ ਕੋ ਬਹਿਣਾ, ਇਹ ਤੇਰਾ ਇਸ਼ਨਾਨ ਹੋਵੇ। ਇਸ ਦਾ ਇਹ ਮਤਲਬ ਨਹੀਂ ਕਿ ਆਪਣਾ ਸਰੀਰ ਦਾ ਇਸ਼ਨਾਨ ਕਰਨ ਤੋਂ ਮਹਾਰਾਜ ਰੋਕਿਆ। ਹੁਣ ਦਲਿਦਰੀ ਬੰਦਾ ਪੜ੍ਹ ਸਕਦਾ ਹੈ ਕਿ ਸੂਚੇ ਨਾ ਆਖੀਏ ਬਹਿ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ। ਤੇ ਇਹ ਵੀ ਗੁਰੂ ਕਾ ਹੀ ਵਾਕ ਆ ਨਾ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਐ ਬੰਦਿਆ ਪਹਿਲੋਂ ਉੱਠ ਕੇ ਇਸ਼ਨਾਨ ਕਰਿਆ ਕਰ।
ਕਾਰੀ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਕੋਟ ਬਿਗਨ ਲਾਤੇ ਪ੍ਰਭ ਸ਼ਰਨਾ, ਪ੍ਰਗਟੇ ਭਲੇ ਸੰਜੋਗਾ। ਤੁਮਾਰਾ ਕਹਿੰਦੇ ਆ ਵੀ ਉੱਠ ਕੇ ਇਸ਼ਨਾਨ ਕਰਕੇ ਰੱਬ ਦਾ ਨਾਮ, ਪਹਿਲੋਂ ਤੇ ਪਾਣੀ ਦੇ ਨਾਲ ਇਸ਼ਨਾਨ ਕਰ, ਫਿਰ ਬਾਣੀ ਦੇ ਨਾਲ ਇਸ਼ਨਾਨ ਕਰ। ਹੁਣ ਜਿੰਨੇ ਵੀ ਸਾਡੇ ਧਰਮ ਸਥਾਨ ਨੇ, ਉੱਥੇ ਸਰੋਵਰ ਵੀ ਆ ਤੇ ਉੱਥੇ ਬਾਣੀ ਵੀ ਆ, ਉੱਥੇ ਪਾਣੀ ਵੀ ਆ ਤੇ ਉੱਥੇ ਬਾਣੀ ਵੀ ਆ। ਤੇ ਨਿਰਾ ਕੋਈ ਪਾਣੀਆਂ 'ਚ ਹੀ ਨਹਾਉਂਦਾ ਫਿਰੇ ਤੇ ਬਾਣੀ ਨੂੰ ਕੋਈ, ਬਾਣੀ ਨਾਲ ਆਪਣੇ ਮਨ ਦਾ ਇਸ਼ਨਾਨ ਹੀ ਨਾ ਕਰੇ, ਇਹ ਵੀ ਠੀਕ ਨਹੀਂ। ਚਲੋ ਕੋਈ ਸਰੋਵਰਾਂ ਤੇ ਜਾਂਦਾ, ਇਸ਼ਨਾਨ ਕਰਦਾ ਤੇ ਚਲੋ ਕੁਝ ਨਾ ਕੁਝ ਭਾਵਨਾ ਪ੍ਰਾਪਤ ਹੋ ਜਾਂਦੀ ਆ। ਪਰ ਮਹਾਰਾਜ ਕਹਿੰਦੇ ਆ ਵੀ ਜਿਹੜੇ ਸੰਗਤ ਆਏ ਵੀ ਸਰੋਵਰ ਆ, ਗੁਰੂ ਸਰੋਵਰ ਆ, ਨਾਮ ਸਰੋਵਰ ਆ, ਇਹ ਤੇ ਵੀ ਇਸ਼ਨਾਨ ਕਰ। ਧੂੜੀ ਕਰ ਇਸ਼ਨਾਨ। ਤੇ ਜਿਹੜੇ ਅੰਦਰ ਦਾ ਇਸ਼ਨਾਨ ਕਰ ਲੈਂਦੇ, ਆਸਾ ਦੀ ਵਾਰ 'ਚ ਆਪਾਂ ਨੂੰ ਪੜ੍ਹਦੇ ਆ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਸੱਚ ਤਾਂ ਪਰ ਤਾਂ ਹੀ ਹੋਊਗੀ ਜੇ ਸੱਚ ਨੂੰ ਪ੍ਰਾਪਤ ਕਰ ਲਵਾਂਗੇ। ਉਹਦਾ ਸਰੀਰ ਸੁੱਚਾ ਨਹੀਂ ਹੋਣਾ। ਸਰੀਰ ਸਾਫ਼ ਤਾਂ ਹੋ ਸਕਦਾ ਪਾਣੀ ਦੇ ਨਾਲ, ਪਰ ਸੁੱਚਾ ਨਹੀਂ ਹੁੰਦਾ। ਹੁਣ ਮੂੰਹ ਨੂੰ ਜਿੰਨਾ ਮਰਜ਼ੀ ਸਾਫ਼ ਕਰੀ ਲਓ, ਬੁਰਸ਼ ਫੇਰੀ ਜਾਓ ਮੂੰਹ ਦੇ ਵਿੱਚ, ਇਹ ਗੰਦੇ ਦਾ ਗੰਦਾ ਹੀ ਰਹਿੰਦਾ ਭਾਈ। ਤੁਮਾਰੇ ਕਹਿੰਦੇ ਧੂੜੀ ਕਰ ਇਸ਼ਨਾਨ। ਜਿਹੜਾ ਉਹਨਾਂ ਦੇ ਬਚਨਾਂ ਨੂੰ ਮੰਨਣਾ, ਇਹ ਵੀ ਇਸ਼ਨਾਨ ਆ। ਜਿਹੜਾ ਉਹਨਾਂ ਕੋ ਬਹਿਣਾ, ਇਹ ਵੀ ਇਸ਼ਨਾਨ ਹੈ। ਧੂੜੀ ਸਾਧ ਦੇ ਦਰਸ਼ਨ, ਸਾਧ ਕਾ ਦਰਸ਼ਨ ਪੂਰਨ ਇਸ਼ਨਾਨ। ਸੰਗਤ ਦਾ ਦਰਸ਼ਨ, ਸਾਧੂ ਦਾ ਦਰਸ਼ਨ, ਸਾਧ ਕਾ ਦਰਸ਼ਨ ਪੂਰਨ ਇਸ਼ਨਾਨ। ਬਾਕੀ ਇਸ਼ਨਾਨ ਤਾਂ ਅਧੂਰੇ ਹੋ ਸਕਦੇ ਨੇ, ਪਰ ਸੰਗਤ ਵਿੱਚ ਬੈਠਾ ਕੀਤਾ ਇਸ਼ਨਾਨ, ਇਹਨੂੰ ਪੂਰਾ ਇਸ਼ਨਾਨ ਮੰਨਿਆ ਜਾਂਦਾ ਧਰਮ ਦੀ ਦੁਨੀਆ ਦੇ ਅੰਦਰ। ਤੂੜੀ ਕਰ ਇਸ਼ਨਾਨ। ਫਿਰ ਅਗਲਾ, ਹਰ ਕਾ ਨਾਮ ਧਿਆਏ ਸੁਣਾ। ਹੁਣ ਸੰਗਤ ਵਿੱਚ ਆ ਗਏ ਆ, ਸਾਧੂ ਕੋ ਬਹਿ ਗਿਆ, ਤੇ ਕਰਨਾ ਕੀ ਆ? ਹੁਣ ਸਾਧੂ ਕੋ ਬਹਿ ਕੇ ਥੋੜਾ ਗੱਪਾਂ ਥੋੜਾ ਮਾਰਨੀਆਂ। ਮੈਂ ਇੱਕ ਸੁਣ ਰਿਹਾ ਸੀ, ਸਾਧੂ ਕੋ ਬੈਠੇ, ਹੈ ਤੇ ਨਹੀਂ ਸਾਧੂ, ਪਰ ਲੋਕੀ ਬੈਠੇ ਉਹਨੂੰ ਸਾਧੂ ਸਮਝ ਕੇ ਗੱਲਾਂ ਚੱਲਦੀਆਂ। ਉਹ ਆਪਣੇ ਡੇਰੇ ਨੂੰ ਨਾ ਸੜਕ ਪੱਕੀ ਬਣ ਗਈ ਆ, ਉਰਲੇ ਪਾਸੇ ਆਪਾਂ ਇੱਕ ਉੱਚਾ ਪੁਲ ਜਿਹਾ ਬਣਾਤਾ। ਨਹੀਂ 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 ਨਹੀਂ, ਇੱਥੇ ਸਾਧੂਆਂ ਦੇ ਕੋਲ ਨਾਮ ਦੀ ਚਰਚਾ, ਡੇਰਿਆਂ ਦੀ ਚਰਚਾ ਨਹੀਂ। ਸਾਡੇ ਡੇਰੇ ਦੀ ਇੰਨੇ ਕਿੱਲੇ ਜ਼ਮੀਨ ਆ ਜੀ, ਉਹ ਰੁੱਖ ਲਾਤੇ ਅਸੀਂ ਜੀ, ਗਊਆਂ ਇੰਨੀਆਂ ਰੱਖੀਆਂ। ਇਹ ਤੇ ਦੁਨੀਆਦਾਰ ਗਊਆਂ ਰੱਖਣ, ਰੁੱਖ ਲਾਉਣ, ਡੇਰੇ ਬਣਾਉਣ, ਸਾਧ ਥੋੜਾ ਇਹ ਕੰਮ ਕਰਦੇ ਹੁੰਦੇ। ਮੈਂ ਤੇ ਅੱਗੇ ਵੀ ਕਹਿਣਾ ਨਾ ਭਾਈ, ਬੰਦੂਕਾਂ ਰੱਖਣੀਆਂ ਇਹ ਸਾਧਾਂ ਦਾ ਕੰਮ ਨਹੀਂ। ਤੇ ਬੰਦੂਕਾਂ ਦੀ ਲੋੜ ਤਾਂ ਬਦਮਾਸ਼ਾਂ ਨੂੰ ਪੈਂਦੀ ਹੁੰਦੀ ਹੈ। ਬੰਦੂਕਾਂ ਹਮੇਸ਼ਾ ਬਦਮਾਸ਼ ਰੱਖਦੇ ਨੇ। ਤੇ ਜਿਹੜੇ ਸਾਧੂ ਮਹਾਤਮਾ ਹੁੰਦੇ ਨੇ ਤੇ ਚੁੰਮਟੇ, ਢੋਲਕੀਆਂ, ਖੜਤਾਲਾਂ, ਜਿੱਦਾਂ ਭਗਤ ਨਾਮਦੇਵ ਜੀ ਨੇ ਆਖਿਆ ਕਿ ਭਗਤ ਕਰਤ ਮੇਰੇ ਤਾਲ ਛਣਾਵੈ, ਕਹਿ ਪੈ ਕਰੂੰ ਪੁਕਾਰਾ। ਭਗਤੀ ਕਰਨ ਦੇ ਖੜਤਾਲਾਂ ਵਜਾਉਂਦੇ, ਖੜਤਾਲਾਂ ਹੀ ਖੋਹ ਕੇ ਲੈ ਗਈ। ਕਿੱਥੇ ਕਰੀਏ ਹੁਣ ਪੁਕਾਰ? ਤੁਮਾਰ ਕਹਿੰਦੇ ਹਰ ਕਾ ਨਾਮ ਧਿਆਏ ਸੁਣਾ। ਉਹਨਾਂ ਕੋ ਬਹਿ ਕੇ ਕੀਰਤਨ ਕਰਿਆ ਕਰ, ਉਹਨਾਂ ਸਾਧੂਆਂ ਮਹਾਤਮਾ ਕੋ ਬਹਿ ਕੇ ਨਾਮ ਸੁਣਿਆ ਕਰ। ਨਾਮ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਨਾ ਸੁਣਿਆ ਮਨ ਨੌ ਨਿੱਧ ਮਿਲੇ, ਮਨ ਚਿੰਦਿਆ ਪਾਵੇ। ਨਾਮ ਸੁਣਿਆ ਸੰਤੋਖ ਹੋਵੇ, ਚਰਨਾ ਕਵਲਾ ਚਰਨ ਧਿਆਵੇ। ਇਸ ਕਰਕੇ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਹਰੀ ਦਾ ਨਾਮ ਜਪਣਾ, ਹਰੀ ਕਾ ਨਾਮ ਸੁਣਨਾ, ਇਹ ਸਭ ਤੋਂ ਦੁਨੀਆ ਦੇ ਵੱਡਾ ਦਾਨ ਹੈ। ਮੈਂ ਕੱਲ ਵੀ ਕਥਾ ਕਰਦਿਆਂ ਕਿਹਾ ਸੀ ਵੀ ਲੋਕੀ ਗੁਰੂ ਕੀ ਬਾਣੀ ਵਿੱਚ ਇੱਕ ਦਾਨੀ ਦਾ ਜ਼ਿਕਰ ਆਉਂਦਾ ਹੈ ਕਿ ਹਰੀ ਚੰਦ ਦਾਨ ਕਰੇ ਜਸ ਲੀਵੈ। ਹਰੀ ਚੰਦ ਨੂੰ ਦਾਨੀ ਮੰਨਿਆ ਜਾਂਦਾ ਧਰਤੀ ਦੇ ਉੱਤੇ। ਤੇ ਦੂਸਰੇ ਪਾਸੇ ਮਹਾਰਾਜ ਨੇ ਕਿਹਾ ਵੀ
ਮੋਇਆ ਗੰਢ ਨੇਕੀ ਸੱਤ ਹੋਏ। ਜੇ ਕੋਈ ਦਾਨੀ ਬੰਦਾ ਮਰ ਜਾਂਦਾ, ਧਰਤੀ ਤੋਂ ਤੁਰ ਜਾਂਦਾ, ਤੇ ਜਿਹੜਾ ਉਹਨੇ ਦਾਨ ਦਿੱਤਾ ਹੁੰਦਾ ਹੈ, ਉਹ ਦਾਨ ਦੇ ਨਾਲ ਲੋਕੀ ਉਹਨੂੰ ਯਾਦ ਕਰਦੇ ਨੇ, ਗੰਢ ਪਈ ਰਹਿੰਦੀ ਉਹਦੀ ਸੰਸਾਰ ਦੇ ਨਾਲ। ਪਰ ਗੁਰਮਤਿ ਨੇ ਸਭ ਤੋਂ ਵੱਡਾ ਦਾਨ ਕਿਹੜਾ ਮੰਨਿਆ ਹੈ? ਹਰੀ ਚੰਦ ਦਾਨ ਕਰੇ, ਪਰ ਗੁਰਬਾਣੀ ਮੁਤਾਬਕ ਸਭ ਤੋਂ ਵੱਡਾ ਦਾਨ ਕਿਹੜਾ ਹੈ? ਕਲ ਮੇ ਹੋ ਪੁੰਨ ਗੁਣ ਗੋਬਿੰਦ ਗਾਹੇ। ਕਾਲਯੁਗ ਦੇ ਅੰਦਰ ਮਹਾਰਾਜ ਕਹਿੰਦੇ ਜਿਹੜੇ ਹਰੀ ਦੇ ਗੁਣ ਗਾਉਣੇ ਨੇ, ਇਹਦੋਂ ਵੱਡਾ ਕੋਈ ਦਾਨ ਨਹੀਂ ਆ। ਜਿਹੜਾ ਸੰਗਤ ਵਿੱਚ ਬੈਠ ਕੇ ਰੱਬ ਰੱਬ ਕਰਦਾ ਹੈ ਨਾ, ਸਿਮਰਨ ਕਰਦਾ ਹੈ, ਕੀਰਤਨ ਕਰਦਾ ਹੈ, ਕਥਾ ਸੁਣਦਾ, ਜਿਹੜਾ ਸੰਗਤ ਵਿੱਚ ਬੈਠ ਕੇ, ਤੇ ਮਹਾਰਾਜ ਕਹਿੰਦੇ ਇਹਦੋਂ ਵੱਡਾ ਕੋਈ ਧਰਤੀ ਉੱਤੇ ਦਾਨ, ਉਦੋਂ ਵੱਡਾ ਕੋਈ ਦਾਨੀ ਨਹੀਂ ਹੋ ਸਕਦਾ ਜਿਹੜਾ ਸਿਮਰਨ ਕਰਦਾ। ਸਭ ਤੋਂ ਵੱਡਾ ਦੁਨੀਆ ਦਾ ਅਗਰ ਦਾਨੀ ਕੋਈ ਲੱਭਣਾ ਹੋਵੇ ਨਾ, ਕੌਣ ਹੈ? ਆ ਵੇਖੋ ਹੁਣ ਜਿਹੜਾ ਕਿਸਾਨ ਮੋਰਚਾ ਲੱਗਾ ਹੋਇਆ, ਉੱਥੇ ਬੜੇ ਬੜੇ ਲੋਕੀ ਦਾਨ ਕਰਨ ਦਏ ਨੇ, ਬੜੇ ਬੜੇ ਦਾਨੀ ਜਾਣਦੇ, ਉੱਥੇ ਕਰੋੜਾਂ ਰੁਪਈਆਂ ਦਾ ਦਾਨ ਹੁੰਦੇ ਆ। ਕਰਨਾ ਵੀ ਚਾਹੀਦਾ, ਇਸ ਦੀ ਲੋੜ ਵੀ ਆ। ਪਰ ਮਾਰ ਨੇ ਕਿਹਾ ਕਿ ਕੋਟ ਮੱਜਨ ਕੀਨੋ ਇਸ਼ਨਾਨ, ਠਾੜ ਤੀਰਥਾਂ ਦਾ ਇਸ਼ਨਾਨ ਨਹੀਂ, ਕੋਈ 5-7 ਸਰੋਵਰਾਂ ਦਾ ਇਸ਼ਨਾਨ ਨਹੀਂ, ਕੋਈ ਨਦੀਆਂ ਨਾਲਿਆਂ ਦਾ ਇਸ਼ਨਾਨ ਨਹੀਂ। ਮਾਰੇ ਕਹਿੰਦੇ ਨੇ ਕੋਟ ਮੱਜਨ ਕੀਨੋ ਇਸ਼ਨਾਨ, ਉਸ ਬੰਦੇ ਨੇ ਮਾਨੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਿਸ ਨੇ? ਜਾਮਨ ਕੋਟ ਮੰਜਨ ਕੀਨੋ ਇਸ਼ਨਾਨ, ਲੱਖ ਅਰਬ ਖਰਬ ਦੀਨੋ ਦਾਨ। ਉਹਨੇ ਅਰਬਾਂ ਖਰਬਾਂ ਦਾ ਦਾਨ ਦੇਤਾ, ਉਹਨੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਿਸ ਨੇ? ਕੋਟ ਮੱਜਨ ਕੀਨੋ ਇਸ਼ਨਾਨ, ਲੱਖ ਅਰਬ ਖਰਬ ਦੀਨੋ ਦਾਨ। ਉਹ ਦੁਨੀਆ ਤੇ ਸਭ ਤੋਂ ਵੱਡਾ ਦਾਨੀ ਆ। ਜੈ ਲੱਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ। ਜਿਹਦੇ ਮਨ ਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਗਿਆ ਨਾ, ਅਥਵਾ ਜਿਹੜਾ ਗੁਰੂ ਕੀ ਬਾਣੀ ਨਾਲ ਜੁੜ ਗਿਆ, ਜਿਹੜਾ ਸੰਗਤ ਵਿੱਚ ਬਹਿ ਗਿਆ, ਸੰਗਤ ਵਿੱਚ ਬੈਠ ਕੇ ਰੱਬ ਰੱਬ ਜਿਹੜਾ ਜਪਦਾ ਹੈ ਨਾ, ਮਹਾਰਾਜ ਕਹਿੰਦੇ ਬਾਣੀ ਕਾ ਵਾਕ ਹੈ, ਦੁਨੀਆ ਤੇ ਸਭ ਤੋਂ ਵੱਡਾ ਦਾਨੀ ਉਹ ਆ ਜਿਹੜਾ ਕਲਮੇ ਹੋ ਪੁੰਨ ਗੁਣ ਗੋਬਿੰਦ ਗਾਹੇ। ਲੱਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ। ਇਸ ਕਰਕੇ ਮਰ ਕਹਿੰਦੇ ਹਰ ਕਾ ਨਾਮ ਧਿਆਏ ਸੁਣਾ। ਐ ਬੰਦਿਆ ਤੂੰ ਰੱਬ ਦਾ ਨਾਮ ਧਿਆਇਆ ਕਰ ਤੇ ਹਰੀ ਦਾ ਨਾਮ ਸੁਣਿਆ ਕਰ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਇਹ ਸਾਰਿਆਂ ਨੂੰ ਦਾਨ ਕਰ ਤੂੰ, ਅਥਵਾ ਆਪ ਵੀ ਜਪ ਤੇ ਹੋਰਨਾਂ ਨੂੰ ਪ੍ਰੇਰਨਾ ਦੇ ਕੇ, ਹੋਰਨਾਂ ਨੂੰ ਸੰਗਤ ਵਿੱਚ ਬਿਠਾ ਕੇ ਤੇ ਹਰੀ ਦਾ ਨਾਮ ਜਪਿਆ ਕਰੋ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਜਿਹੜਾ ਆਪ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ, ਮਹਾਰਾਜ ਕਹਿੰਦੇ ਅਸੀਂ ਉਸ ਗੁਰਸਿੱਖ ਦੀ ਚਰਨ ਧੂੜ ਮੰਗਦੇ ਆ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ। ਤੇ ਇਹਦਾ ਇਹ ਮਤਲਬ ਨਹੀਂ ਗਾ ਕਿ ਕੋਈ ਹੱਥੀ ਦਾਨ ਨਹੀਂ ਦੇਣਾ। ਨਹੀਂ 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 ਨਹੀਂ, ਹੱਥੀ ਦਾਨ ਦੇਣ ਦਾ ਵੀ ਸਾਨੂੰ ਮਹਾਰਾਜ ਨੇ ਹੁਕਮ ਕੀਤਾ ਹੋਇਆ ਵੀ ਦੇ ਦਸਵੰਦ ਸਤਿਗੁਰ ਕੇ ਰੂੜਾ। ਕਲਗੀਧਰ ਦੀ ਜਗ੍ਹਾ ਬਚਨ ਹੈ ਕਿ ਸਿੱਖ ਨੇ ਆਪਣੀ ਕਿਰਤ ਬਿਰਤ ਕਰਕੇ ਕੋਈ ਧਰਮ ਦੇ ਨਿਮਿਤ ਦਾਨ ਪੁੰਨ ਕਰਨਾ ਹੈ। ਜਿਸ ਤਰ੍ਹਾਂ ਮਹਾਰਾਜ ਨੇ ਇੱਕ ਬਚਨ ਕੀਤਾ ਬਾਣੀ 'ਚ ਕਿ ਪੁੰਨ ਦਾਨ ਕਾ ਕਰੇ ਸਰੀਰਾ, ਸੋ ਗਿਰਹੀ ਗੰਗਾ ਕਾ ਨੀਰ। ਜਿਹੜਾ ਗ੍ਰਸਤੀ ਬੰਦਾ, ਮਹਾਰਾਜ ਕਹਿੰਦੇ ਉਹਨੂੰ ਜਿਹੜਾ ਦਾਨ ਪੁੰਨ ਕਰਦਾ ਨਾ, ਉਹਦਾ ਘਰ ਤੇ ਉਹਦਾ ਪਰਿਵਾਰ ਬੜਾ ਪਵਿੱਤਰ ਰਹਿੰਦਾ ਹੈ। ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰ ਗਏ ਪਰਵਾਨ। ਪਰ ਮਹਾਰਾਜ ਨੇ ਹਦਾਇਤ ਕੀਤੀ ਵੀ ਜਿਹਨੂੰ ਦਾਨ ਦੇਣਾ ਉਹ ਵੇਖ ਲਿਓ ਕਿੱਥੇ ਦਾਨ ਦੇਣ ਲੱਗੇ, ਤੇ ਉਹ ਦਾਨ ਤੁਹਾਡੇ ਦਾ ਹੋਣਾ ਕੀ ਆ, ਕਰਨਾ ਕੀ ਹੈ ਜਿਹਨੇ ਦਾਨ ਲੈਣਾ।
ਇਸ ਕਰਕੇ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਹਰੀ ਕੇ ਨਾਮ ਦੇ ਉੱਪਰ ਕੋਈ ਦਾਨ ਨਹੀਂ ਹੈ। ਇਹ ਜਪਣਾ ਜਪਾਉਣਾ ਤੇ ਧਿਆਉਣਾ ਤੇ ਗਾਉਣਾ ਇਹ ਤੋਂ ਵੱਡਾ ਕੋਈ ਦਾਨ ਨਹੀਂ ਹੈ। ਤੇ ਫਿਰ ਮਹਾਰਾਜ ਕੀ ਹੋਏਗਾ? ਕੋਈ ਹਰੀ का नाम जपेगा, कोई हरि का नाम ध्याएगा, कोई हरि का नाम गाएगा, कोई हरि का नाम सुनेगा, तो होएगा की? जिस तरह गुरु रामदास सोढ़ी पातशाह नहीं कहते कि सुन मन अकथ कथा हर नाम, रिद्ध बुद्ध सुध सुख पावे भज गुरमत हर राम राम। ऐ मना तू हरि दा नाम सुनिया कर, वेखी रिद्धियां सिद्धियां सब कुछ तेरे कोल आ जाणगियां। पर मन कित्थे सुन दिंदा? मन ते अपने रौली पाई जांदा, मन ते अपने सोले गाई जांदा, मन ते अपने गीत गाई जांदा। इस करके महाराज कहंदे अगर तू जपेगा, अगर तू ध्याएगा हरि दा नाम, ते होएगा की? जन्म कर्म मल उतरे, मन ते जाए गुमान। ਮਰ ਕਹਿੰਦੇ ਤੈਨੂੰ ਕਰਮਾਂ ਦੀ ਮੈਲ ਚਿਮੜੀ ਹੋਈ ਹੈ, ਜਨਮਾਂ ਜਨਮਾਤਰਾਂ ਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਛਾਓ। ਇਹ ਜਿਹੜਾ ਸਾਡਾ ਮਨ ਕਰਮਾਂ ਦੀ ਮੈਲ ਕਰਕੇ ਗੰਦਾ ਹੋ ਚੁੱਕਾ ਹੈ, ਤੇ ਮਰ ਕਹਿੰਦੇ ਜਦੋਂ ਤੂੰ ਸੁਣੇਗਾ ਨਾ ਤੇ ਇਹ ਮੈਲ ਸਾਰੀ ਲੱਥ ਜਾਵੇਗੀ। ਮੈਂ ਉਦੋਂ ਵੀ ਇੱਕ ਲਿਖ ਕੇ ਪੋਸਟ ਪਾਈ ਸੀ ਨਾ ਕਿ ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੇ। ਮੈਲ ਤਾਂ ਅੰਦਰ ਹੈ, ਤੀਰਥ ਬਾਹਰ ਵਾ, ਪਾਣੀ ਬਾਹਰ ਵਾ, ਮੈਲ ਅੰਦਰ ਵਾ। ਹੁਣ ਕਿੱਦਾਂ ਗੱਲ ਬਣੇ? ਅੰਦਰ ਕਿਹੜੀ ਮੈਲ ਹੈ? ਲੋਭ, ਮੋਹ, ਮੋਹ ਚੀਕੜ, ਚਿੱਕੜ ਵਾ ਅੰਦਰ ਮੋਹ ਦਾ ਪਿਆ ਸਾਡੇ ਮਨ ਦੇ ਅੰਦਰ। ਚਿੱਕੜ ਨਾਲ ਭਰਿਆ ਪਿਆ ਮਨ ਸਾਡਾ। ਆ ਵੇਖੇ ਬੁੱਢੇ ਦਾਦੇ ਪੋਤਿਆਂ ਨਾਲ ਕਿੰਨਾ ਪਿਆਰ ਕਰਦੇ ਨੇ, ਮੋਹ ਹੈ। ਮਸਕੀਨ ਸਾਹਿਬ ਕਹਿੰਦੇ ਨਾ ਵੀ ਬੁੱਢੇ ਬਾਰੇ ਪੋਤੇ ਬੜੇ ਪਿਆਰੇ ਲੱਗਦੇ ਆ। ਕਾਰਨ ਮਸਕੀਨ ਸਾਹਿਬ ਦੱਸਦੇ ਵੀ ਮੋਹ ਵੱਧ ਗਿਆ, ਚਿੱਕੜ ਵੱਧ ਗਿਆ। ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤੈਂ ਡੂਬ ਆਲੇ। ਤੂੰ ਮਰ ਕਹਿੰਦੇ ਜਿਹੜੀ ਫਿਰ ਅੰਦਰ ਤੇਰੇ ਮੈਲ ਲੱਗੀ ਆ ਨਾ, ਉਹ ਲੱਥ ਜਾਏਗੀ। ਤੇ ਉਹ ਲੱਥੇਗੀ ਨਾਮ ਦੇ ਨਾਲ, ਪਾਣੀ ਦੇ ਨਾਲ ਨਹੀਂ। ਹਾਂ, ਪਾਣੀ ਦੇ ਨਾਲ, ਸਾਬਣ ਦੇ ਨਾਲ ਬਾਹਰਲੀ ਸਰੀਰ ਦੀ ਮੈਲ ਤਾਂ ਲੱਥ ਸਕਦੀ ਹੈ। ਇਸ਼ਨਾਨ ਕਰਨ ਦੇ ਨਾਲ ਲੋਭ ਨਹੀਂ ਮੁੱਕਦਾ, ਇਸ਼ਨਾਨ ਕਰਨ ਦੇ ਨਾਲ ਕੋਈ ਮੋਹ ਨਹੀਂ ਮੁੱਕਦਾ, ਕ੍ਰੋਧ ਨਹੀਂ ਮੁੱਕਦਾ। ਇਹਦੇ ਅੰਦਰ ਮੈਲਾਂ ਨੇ, ਇਹਨੂੰ ਹਰੀ ਕੇ ਨਾਮ ਨਾਲ ਹੀ ਲਾਈਆਂ ਜਾ ਸਕਦੀਆਂ ਨੇ। ਸਿਮਰਨ ਦੁਆਰਾ ਹੀ ਇਹ ਸਾਫ਼ ਹੁੰਦਾ ਹੈ ਅੰਦਰ। ਮਹਾਰਾਜ ਕਹਿੰਦੇ ਨੇ ਕਿ ਮਨ ਧੋਵੋ ਸ਼ਬਦ ਲਾਗੋ, ਮਨ ਨੂੰ ਧੋਵੋ ਭਾਈ। ਮਨ ਦਾ ਇਸ਼ਨਾਨ ਕਰੋ, ਸਰੀਰ ਦਾ ਇਸ਼ਨਾਨ ਪਾਣੀ ਨਾ ਕਰੋ, ਤੇ ਮਨ ਦਾ ਇਸ਼ਨਾਨ ਬਾਣੀ ਨਾ ਕਰੋ। ਇਹ ਜਿਹੜਾ ਜਪਜੀ ਸਾਹਿਬ ਹੈ ਅੰਦਰ ਦੀ ਮੈਲ ਬਾਹਰ ਸੁੱਟਦਾ ਹੈ। ਇਹ ਸੁਖਮਨੀ ਸਾਹਿਬ ਅੰਦਰ ਦੀ ਮੈਲ ਬਾਹਰ ਕੱਢਦਾ ਹੈ। ਤੇ ਮਹਾਰਾਜ ਕਹਿੰਦੇ ਪੜ੍ਹਿਆ ਕਰੋ ਇਹਨੂੰ, ਬਾਣੀ ਨੂੰ। ਤੇ ਮਹਾਰਾਜ ਕਹਿੰਦੇ ਜਨਮ ਕਰਮ ਵਾਲੇ ਉਤਰੇ, ਮਨ ਤੇ ਜਾਏ ਗੁਮਾਨ। ਅਗਰ ਤੂੰ ਸਾਧੂ ਤੀਰਥ ਦੇ ਕੋਲ ਬੈਠੇਗਾ, ਨਾਮ ਰੂਪੀ ਤੀਰਥ ਦੇ ਕੋਲ ਬੈਠੇਗਾ, ਸੰਗਤ ਰੂਪੀ ਤੀਰਥ ਦੇ ਕੋਲ ਬੈਠੇਗਾ, ਗੁਰੂ ਰੂਪੀ ਤੀਰਥ ਦੇ ਕੋਲ ਬੈਠੇਗਾ, ਇਸ਼ਨਾਨ ਕਰੇਗਾ, ਤਾਂ ਫਿਰ ਹੋਏਗਾ ਕੀ? ਮਨ ਤੇ ਜਾਏ ਗੁਮਾਨ। ਇਹ ਮੁੱਕ ਜਾਣਗੇ। ਮਨ ਹੰਕਾਰ ਕਰਦਾ ਹੈ, ਮਨ ਮੋਹ 'ਚ ਜਾਂਦਾ ਹੈ, ਮਨ ਕ੍ਰੋਧ ਜਾਂਦਾ ਹੈ, ਮਨ ਦੇ ਵਿੱਚ ਬੜੇ ਉਬਾਲੇ ਨੇ, ਬੜੇ ਉਛਾਲੇ ਨੇ। ਤੇ ਮਹਾਰਾਜ ਕਹਿੰਦੇ ਸਭ ਮਿਟ ਜਾਣਗੇ। ਅੱਗੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਨਾ ਮੋਹੀਐ, ਬਿਨਸੇ ਲੋਭ ਸੁਵਾਣ। ਸੁਵਾਣ ਕੁੱਤਾ, ਲੋਭ। ਮਹਾਰਾਜ ਕਹਿੰਦੇ ਤੇਰੇ ਅੰਦਰੋਂ ਲੋਭ ਰੋਕੀ ਜਿਹੜਾ ਕੁੱਤਾ ਭੌਂਕੀ ਜਾਂਦਾ ਨਾ, ਭੌਂਕੀ ਜਾਂਦਾ, ਧਨ ਦੌਲਤ ਹੁੰਦਿਆਂ ਹੋਇਆ ਵੀ ਤਾਂ ਵੀ ਸਬਰ ਨਹੀਂ ਕਰ ਰਿਹਾ, ਇਹ ਵੀ ਖਤਮ ਹੋ ਜਾਊਗਾ ਹਰੀ ਦੇ ਨਾਮ ਦੇ ਨਾਲ। ਤੂੰ ਰੱਬ ਦਾ ਨਾਮ ਜਪ, ਇਹ ਵੀ ਮੁੱਕ ਜਾਊਗਾ। ਮਹਾਰਾਜ ਕਹਿੰਦੇ ਬਿਨ ਸੇ ਲੋਭ ਸਵਾਨ। ਸਵਾਨ ਕਹਿੰਦੇ ਨੇ ਕੁੱਤੇ ਨੂੰ।
ਤੇ ਲੋਭੀ ਬੰਦੇ ਨੂੰ ਹਲਕਾ ਕੁੱਤਾ ਮੰਨਿਆ ਬਾਣੀ ਨੇ। ਲੋਭ ਲਹਿਰ ਸਭ ਸਵਾਨ, ਹਲਕ ਹੈ ਹਲਕਿਓ ਸਭੇ ਬਗਾਰੇ। ਲੋਭੀ ਜਿਹੜਾ ਕੁੱਤਾ ਹਲਕ ਹੋ ਜਾਂਦਾ ਨਾ, ਪਹਿਲੋਂ ਮਾਲਕ ਦਾ ਵਫਾਦਾਰ ਹੁੰਦਾ ਹੈ, ਜਦੋਂ ਉਹੀ ਕੁੱਤਾ ਹਲਕ ਜਾਂਦਾ ਹੈ ਉਹ ਮਾਲਕ ਨੂੰ ਵੱਢਦਾ ਹੈ। ਤੇ ਮਹਾਰਾਜ ਕਹਿੰਦੇ ਲੋਭੀ ਬੰਦਾ ਕਿਸੇ ਦਾ ਨਹੀਂ ਹੁੰਦਾ। ਲੋਭੀ ਕਾ ਵਸਾਓ ਨਾ ਕੀਜੇ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਧੋਏ ਜਿੱਥੇ ਹੱਥ ਨਾ ਕੋਈ ਪਾਵੇ। ਮਹਾਰਾਜ ਕਹਿੰਦੇ ਲੋਭੀ ਬੰਦੇ ਦਾ ਭਰੋਸਾ ਨਹੀਂ ਕਰਨਾ, ਇੱਕ ਤੇ ਵੀ ਧੋਖਾ ਦੇ ਸਕਦਾ ਹੈ। ਤੇ ਮਹਾਰਾਜ ਕਹਿੰਦੇ ਤੂੰ ਹਰੀ ਦਾ ਨਾਮ ਜਪ, ਸਿਮਰਨ ਕਾਰੇ, ਲੋਭ ਵੀ ਖਤਮ ਹੋ ਜੂ ਤੇਰਾ। ਮਿਨਸੇ ਲੋਭ ਸਵਾਨ, ਸੱਚੇ ਮਾਰਗ ਚੱਲਦਿਆਂ। ਇੱਕ ਸੱਚ ਦਾ ਮਾਰਗ ਹੈ, ਇੱਕ ਝੂਠ ਦਾ ਮਾਰਗ ਹੈ। ਝੂਠ ਦੇ ਮਾਰਗ ਤੇ ਚੱਲਾਂਗੇ ਤਾਂ ਆਪਣਾ ਬਦਨਾਮੀ ਹੋਊਗੀ, ਤੇ ਜੇ ਸੱਚ ਦੇ ਮਾਰਗ ਤੇ ਚੱਲਾਂਗੇ ਉਸਤਤ ਕਰੇ ਜਹਾਨ। ਫਿਰ ਮਹਾਰਾਜ ਕਹਿੰਦੇ ਤੇਰੀ ਵਡਿਆਈ ਹੋਊਗੀ ਜੇ ਤੂੰ ਧਰਮ ਦੇ ਮਾਰਗ ਤੇ ਚੱਲੇਗਾ, ਜੇ ਤੂੰ ਸੱਚ ਦੇ ਮਾਰਗ ਤੇ ਚੱਲੇਗਾ ਤਾਂ ਤੇਰੀ ਵਡਿਆਈ ਹੋਊਗੀ। ਤੇ ਜੇ ਤੂੰ ਬੁਰਾ ਮਾਰਗ ਚੁਣ ਲੇਗਾ ਤੇ ਫੇਰ ਤਾਂ ਦੁਰੇ ਦੁਰਕਾਰ ਹੋਣੀ ਆ, ਤੈਨੂੰ ਫਟਕਾਰਾਂ ਪੈਣੀਆਂ। ਮਹਾਰਾਜ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ। ਹੁਣ ਸਾਡੇ ਦੇਸ਼ ਦੇ ਅੰਦਰ ਵੱਡੇ ਵੱਡੇ ਜਿਹੜੇ ਸਨਾਤਨ ਮਤ ਦੇ ਤੀਰਥ ਨੇ ਉਹ 68 ਨੇ। ਹਰਿਦੁਆਰ ਵਰਗੇ ਜਿੱਦਾਂ ਦੇ ਗਿਣਤੀ ਦੇ ਕਰ ਲਓ, ਪ੍ਰਯਾਗਰਾਜ, ਇਲਾਹਾਬਾਦ, ਕੇਦਾਰਨਾਥ, ਬਦਰੀਨਾਥ, ਇਹ ਤੀਰਥ ਨੇ ਵੱਡੇ ਵੱਡੇ 68। ਤੇ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ। ਸਾਰਿਆਂ ਤੀਰਥਾਂ ਦਾ ਇਸ਼ਨਾਨ, ਸਾਰਾ ਹੀ ਪੁੰਨ ਮਿਲ ਜਾਣਾ ਕਦੋਂ? 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜੇ ਤੁਸੀਂ ਜੀਆਂ ਉੱਤੇ ਦਇਆ ਕਰ ਦਿੱਤੀ ਤੇ ਮਹਾਰਾਜ ਕਹਿੰਦੇ ਸਾਰਿਆਂ ਤੀਰਥਾਂ ਦਾ ਫਲ ਮਿਲ ਜਾਣਾ ਸਾਰਾ। ਅਥਵਾ ਜੀਵਾਂ ਨੂੰ ਨਹੀਂ ਦਿਖਾਉਣਾ, ਜੀਵਾਂ ਨੂੰ ਵੱਢ ਵੱਢ ਕੇ ਨਹੀਂ ਖਾਣਾ। ਜੋ ਸਭ ਮੇ ਇੱਕ ਖੁਦਾਏ ਕਹਤੇ ਤੋ ਕੋ ਮੁਰਗੀ ਮਾਰੇ। ਜੀਵਾਂ ਨੂੰ ਖਾਵੇ ਤੇ ਤੀਰਥਾਂ ਤੇ ਵੀ ਜਾਵੇ। ਤੇ ਕਬੀਰ ਸਾਹਿਬ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਵੀ ਜਿੱਥੇ ਮਰਜ਼ੀ ਚਲ ਜਾ, ਜੇ ਤੂੰ ਜੀਵ ਖਾਨਾ ਵੱਢ ਵੱਢ ਕੇ। ਉਹ ਜਿਹੜਾ ਇੱਕ ਬਚਨ ਆਉਂਦਾ ਕਿ ਕਬੀਰ ਭਾਂਗ ਮਾਛਲੀ ਸ਼ੁਰਾਪਾਨ, ਜੋ ਜੋ ਪ੍ਰਾਣੀ ਖਾਏ। ਭਾਂਗ, ਮਾਛਲੀ, ਸ਼ੁਰਾਪਾਨ, ਸ਼ਰਾਬ, ਜੋ ਜੋ ਪ੍ਰਾਣੀ ਖਾਏ। ਜਿਹੜੇ ਜਿਹੜੇ ਖਾਂਦੇ ਨੇ ਮੁੜ ਕੇ ਤੀਰਥਾਂ ਤੇ ਵੀ ਜਾਂਦੇ ਨੇ। ਤੀਰਥ ਵਰਤ ਨੇਮ ਕੀਏ, ਤੀਰਥਾਂ ਤੇ ਜਾਂਦੇ ਨੇ, ਨੇਮ ਕਰਦੇ ਨੇ। ਸਭੇ ਰਸਾਤਲ ਜਾਏ, ਸਾਰੇ ਨਰਕਾਂ ਨੂੰ ਜਾਣਗੇ। ਤੀਰਥਾਂ ਤੇ ਵੀ ਜਾਂਦੇ ਨੇ, ਭਾਂਗ ਮਾਛਲੀ ਸ਼ੁਰਾਪਾਨ ਵੀ ਕਰਦੇ ਨੇ। ਤੇ ਮਾਂ ਕਬੀਰ ਸਾਹਿਬ ਕਹਿੰਦੇ ਤੀਰਥਾਂ ਤੇ ਜਾਣ ਵਾਲਿਓ ਤੁਸੀਂ ਨਰਕਾਂ ਤੋਂ ਨਹੀਂ, ਤੇ ਸਭੇ ਰਸਾਤਲ, ਨਰਕਾਂ ਨੂੰ ਜਾਣਗੇ, ਕਬੀਰ ਸਾਹਿਬ ਕਹਿੰਦੇ। ਇਸ ਕਰਕੇ ਗੁਰਮਤ ਦੇ ਅੰਦਰ ਜੀ ਦਇਆ ਨੂੰ ਬੜਾ ਮਹਾਨ ਮੰਨਿਆ ਗਿਆ। ਸਿੱਖੀ ਵਿੱਚ ਕੋਈ ਜੀਵ ਹਟਿਆ ਨਹੀਂ ਸੀ। ਤੇ ਚਲੋ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਅਗਰ ਤੂੰ ਦਇਆ ਕਰ ਦਿੱਤੀ ਕਿਸੇ ਜੀਵ ਉਤੇ ਤੇ ਤੂੰ ਰੱਬ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਿਆ। ਜਿੱਦਾਂ ਕੋਈ ਕਹਿੰਦੇ ਆ ਨਾ ਵੀ ਮੱਕੇ ਨੂੰ ਜਾਣਦਾ ਸੀ ਤੇ ਰਾਹ ਵਿੱਚ ਕੋਈ ਜਿੱਦਾਂ ਰਾਬੀਆ ਕਿਤੇ ਹਾਜੀਆਂ ਦੇ ਨਾਲ ਮੱਕੇ ਨੂੰ ਜਾਣਦਾ ਹੀ ਸੀ, ਬਹੁਤ ਵੱਡੀ ਹੋ ਗਿਆ, ਇਸਲਾਮ ਧਰਮ ਦੀ ਬਹੁਤ ਅਧਿਆਤਮਕ ਗਿਆਨਨ ਹੋਈ ਆ ਰਾਬੀਆ। ਉਹ ਹਾਜੀਆਂ ਦੇ ਨਾਲ ਮੱਕੇ ਨੂੰ ਜਾਣਦਾ ਸੀ ਤੇ ਰਾਹ ਵਿੱਚ ਕਹਿੰਦੇ ਕੋਈ ਕੁੱਤੀ ਦੇ ਬੱਚੇ ਪਿਆਸੇ ਸੀ, ਮਰਨ ਦੇ ਸੀ। ਉਹਨੇ ਖੂਹ ਚੋਂ ਪਾਣੀ ਕੱਢ ਕੇ ਪਿਆ ਦਿੱਤਾ। ਬੜੀ ਮਿਹਨਤ ਦੇ ਨਾਲ ਉਹਨੇ ਖੂਹ ਚੋਂ ਪਾਣੀ ਲੱਭਿਆ ਤੇ ਉਹ ਬੱਚਿਆਂ ਨੂੰ, ਬਿੱਲੀ ਦੇ ਕੁੱਤੀ ਦੇ ਬੱਚਿਆਂ ਨੂੰ ਪਿਆ ਦਿੱਤਾ। ਤੇ ਮੱਕਾ ਉਹਦੀ ਹੱਜ ਕਰਨ ਵਾਸਤੇ ਆਇਆ ਹੈ। ਤੇ ਜਿਹੜੇ ਉੱਥੇ ਗਏ ਸੀ ਉਹਨਾਂ ਦਾ ਜਾਣਾ ਸਫਲਾ ਨਹੀਂ ਹੋਇਆ। ਜਿਹਨੇ ਜੀਆਂ ਉੱਤੇ ਦਇਆ ਕਰ ਦਿੱਤੀ ਉਹਦਾ ਜਾਣਾ ਵੀ ਸਫਲ ਹੋ ਗਿਆ। ਮੱਕਾ ਉਹਦੇ ਕੋਲ ਚੱਲ ਕੇ ਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ
68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ, ਪਰ ਜਿਸਨੂੰ ਦੇਵੇਂ ਦਇਆ ਕਰ ਸੋਈ ਪੁਰਖ ਸਜਾਣ। ਇਹ ਦਇਆ ਰੱਬ ਸਾਰਿਆਂ ਨੂੰ ਨਹੀਂ ਦਿੰਦਾ। ਕਸਾਈ ਦੇ ਕੋਲ ਦਇਆ ਨਹੀਂ ਹੁੰਦੀ, ਕਸਾਈ ਦੇ ਕੋਲ ਤੇ ਕਸਾਈਪੁਣਾ ਹੁੰਦਾ ਹੈ। ਇਹ ਦਇਆ ਧਰਮਿਆਂ ਦੇ ਕੋਲ ਹੁੰਦੀ ਆ, ਤੇ ਦਇਆ ਵਿੱਚੋਂ ਹੀ ਧਰਮ ਦਾ ਜਨਮ ਹੁੰਦਾ ਹੈ। ਧੌਲ ਧਰਮ ਦਇਆ ਕਾ ਭੂਤ, ਆਂਦੇ ਨੇ ਸਿਆਣੇ ਕਹਿੰਦੇ ਹੁੰਦੇ ਆ ਵੀ ਦਇਆ ਬਿਨ ਸਿੱਧ ਕਸਾਈ। ਅਗਰ ਕੋਈ ਸਿੱਧ ਜੋਗੀ ਵੀ ਆ, ਉਹਦੇ ਕੋਲ ਦਇਆ ਨਹੀਂ ਹੈ ਤੇ ਉਹ ਕਸਾਈ ਹੈ, ਕਸਾਈਪੁਣਾ ਕਰਦਾ। ਤੇ ਮਰ ਕਹਿੰਦੇ ਜਿਸ ਨੂੰ ਦੇਵੇਂ ਦਇਆ ਕਰ ਸੋਈ ਪੁਰਖ ਸਜਾਣ। ਜਿਸ ਨੂੰ ਰੱਬ ਕੋਈ ਦਇਆ ਦੇ ਦੇਵੇ ਉਹ ਪੁਰਖ ਸਜਾਣ, ਸਿਆਣਾ ਹੁੰਦਾ ਹੈ। ਜਿਸ ਨੂੰ ਦੇਵੇਂ ਦਇਆ ਕਰ ਸੋਈ, ਜਿਨ ਮਿਲਿਆ ਗੁਰ ਆਪਣਾ ਨਾਨਕ ਤਿਨ ਕੁਰਬਾਨ। ਮਾਗ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ। ਮਰ ਕਹਿੰਦੇ ਉਹ ਬੰਦਾ ਸਭ ਤੋਂ ਪਵਿੱਤਰ ਵਾ। ਮਾਘ ਸੁੱਚੇ ਸੇ ਕਾਂਡੀਏ, ਉਹਨੂੰ ਅਸੀਂ ਮਾਘ ਦੇ ਮਹੀਨੇ ਵਿੱਚ ਪਵਿੱਤਰ ਮੰਨਦੇ ਹਾਂ। ਜਿਨ ਪੂਰਾ ਗੁਰ ਮਿਹਰਬਾਨ, ਜਿੱਥੇ ਗੁਰੂ ਨੇ ਦਇਆ ਕਰ ਦਿੱਤੀ, ਜਿਹਦੇ ਉੱਤੇ ਗੁਰੂ ਕੀ ਕਿਰਪਾ ਹੋ ਗਈ। ਜਿਸ ਤਰ੍ਹਾਂ ਵਾਕ ਆਉਂਦਾ ਗੁਰੂ ਕਾ ਕਿ ਨਾਨਕ ਨਾਮ ਮਿਲੇ ਵਡਿਆਈ, ਇਹਦੂ ਉੱਪਰ ਕਰਮ ਨਹੀਂ। ਜੇ ਕੋਟ ਮੱਜਨ ਕੀਨੋ ਇਸ਼ਨਾਨ, ਲਾਖ ਅਰਬ ਖਰਬ ਦੀਨੋ ਦਾਨ, ਜਾਮਨ ਵਸਿਓ ਹਰ ਕੋ ਨਾਮ। ਨਾਮ ਜਪਣ ਵਾਲਾ ਸਭ ਤੋਂ ਵੱਡਾ ਦਾਨੀ ਹੈ। ਤੇ ਜਿਹੜਾ ਨਾਮ ਜਪਦਾ ਇਹ ਕਰਮ ਵੀ ਸਭ ਤੋਂ ਵੱਡਾ ਧਰਤੀ ਉੱਤੇ। ਮਾਰ ਕਹਿੰਦੇ ਨਾਨਕ ਨਾਮ ਮਿਲੇ ਵਡਿਆਈ, ਇਹਦੂ ਉੱਪਰ ਕਰਮ ਨਹੀਂ। ਲੋਕੀ ਕਰਮ ਧਰਮ ਕਰਦੇ ਨੇ, ਮਰ ਕਹਿੰਦੇ ਨਾਮ ਜਪਣ ਤੋਂ ਉੱਤੇ ਕੋਈ ਕਰਮ ਨਹੀਂ ਹੈ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਧਰਮ ਦੀ ਦੁਨੀਆ ਅੰਦਰ ਨਾਮ ਜਪਣ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਬਾਣੀ ਪੜ੍ਹਨ ਸੁਣ ਗਾਉਣ ਤੋਂ ਬਿਨਾਂ ਉੱਪਰ ਕੋਈ ਕਰਮ ਨਹੀਂ ਹੈ। ਤੇ ਮਹਾਰਾਜ ਕਹਿੰਦੇ ਫਿਰ ਮਾਘ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ। ਤੇ ਮਿਹਰਬਾਨ ਉਹਨਾਂ ਤੇ ਹੁੰਦਾ ਜਿਹੜੇ ਮਹਾਰਾਜ ਕਹਿੰਦੇ ਨੇ ਪਿਛਲ ਰਾਤੀ ਸੱਦੜਾ ਨਾਮ ਖਸਮ ਕਾ ਲੇਹੋ, ਖੇਮੇ ਸਤਰ ਸਾਇਚੇ ਦਿਸਣ ਰੱਥ ਪੀੜੇ। ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਉਹਨਾਂ ਉੱਤੇ ਰਹਿਮਤਾਂ ਬਖਸ਼ਾ ਹੁੰਦੀਆਂ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ। ਬਰਕਤ ਤਿੰਨ ਕੋ ਅਗਲੀ ਜੇ ਪੜ੍ਹਦੇ ਰਹਿਣ ਦਰੂਦ। ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਨੇ ਕਿਹਾ, ਭਾਈ ਮਾਘ ਮੱਜਨ ਸੰਗ ਸਾਧੂਆਂ, ਸਾਧੂਆਂ ਦਾ ਸੰਗਤ ਕਰਨੀ, ਸੰਗਤ ਵਿੱਚ ਬਹਿਣਾ। ਤੇ ਇਹ ਤੇਰਾ ਮਾਘ ਮਹੀਨੇ ਦਾ ਇਸ਼ਨਾਨ ਹੋਵੇ ਤੇ ਧੂੜੀ ਕਾਰ ਇਸ਼ਨਾਨ, ਉਹਨਾਂ ਦੇ ਬਚਨਾਂ ਨੂੰ ਮੰਨਣਾ। ਇਹ ਧੂੜੀ ਹੈ, ਇਹ ਵੀ ਇਸ਼ਨਾਨ ਕਰ ਦੂੰ। ਧੂੜੀ ਕਾਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਹਰੀ ਦਾ ਨਾਮ ਜਪਣਾ ਇਹ ਸਭ ਤੋਂ ਵੱਡਾ ਦਾਨ ਹੈ। ਤੇ ਇਸ ਦਾ ਇਹ ਮਤਲਬ ਨਹੀਂ ਕਿ ਗੁਰਸਿੱਖ ਨੂੰ ਦਾਨ ਕਰਨ ਦੀ ਹਦਾਇਤ ਨਹੀਂ ਹੈ। ਜਿਸ ਤਰ੍ਹਾਂ ਉਹ ਇੱਕ ਭਗਤ ਨਾਮ ਆਉਂਦਾ ਉਹਦਾ ਪਰਮਾਨੰਦ ਜੀ ਦਾ ਸ਼ਬਦ, ਤੈ ਨਰ ਪ੍ਰਾਣ ਸੁਣ ਕਿਆ ਕੀਨਾ। ਬੰਦਿਆ ਤੂੰ ਧਰਮ ਗ੍ਰੰਥਾਂ ਨੂੰ ਸੁਣਦਾ ਹੈ, ਕਥਾ ਸੁਣਦਾ ਹੈ, ਕੀਰਤਨ ਸੁਣਦਾ, ਤੇ ਸੁਣ ਕੇ ਕਰਦਾ ਕੀ ਹੈ ਤੂੰ? ਗੱਲ ਤੇ ਇਹ ਹੈ, ਤੈ ਨਰ ਪ੍ਰਾਣ ਸੁਣ ਕਿਆ ਕੀਨਾ, ਅੰਨ ਭਾਵਣੀ ਭਗਤ ਨਾ ਉਪਜੀ। ਐ ਬੰਦਿਆ ਤੂੰ ਕਥਾ ਸੁਣੀ ਆ, ਕੀਰਤਨ ਸੁਣਿਆ ਵਾ, ਤੂੰ ਧਰਮ ਗ੍ਰੰਥਾਂ ਨੂੰ ਪੜ੍ਹਿਆ ਵਾ, ਤੇ ਪੜ੍ਹ ਕੇ ਕੀਤਾ ਕੀ ਆ? ਜਦੋਂ ਨਾ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਆਖਣਾ ਤੇ ਸੁਣਨਾ ਹਵਾ 'ਚ ਉੱਡ ਗਿਆ, ਕੋਈ ਜ਼ਿੰਦਗੀ ਦਾ ਹਿੱਸਾ ਵੀ ਬਣਿਆ ਕੋਈ ਕਥਾ ਕੀਰਤਨ ਕਿ ਨਹੀਂ? ਐ ਫਲਾਨਾ ਰਾਗੀ ਬੜਾ ਮਹਾਨ ਸੀ, ਤੁਸੀਂ ਬਾਬਾ ਜੀ ਉਹਦੇ ਵੀ ਉਲਟ ਬੋਲ ਪਏ, ਮੈਨੂੰ ਇੱਕ ਕੋਈ ਕਹਿੰਦਾ। ਕੋਈ ਰਾਗ ਵਿਦਿਆ ਸਿੱਖ ਕੇ ਮਹਾਨ ਨਹੀਂ ਹੋ ਸਕਦਾ। ਰਾਗ ਤਾਂ ਖੁਸਰੇ ਵੀ ਜਾਣਦੇ ਨੇ। ਜੇ ਰਾਗੀ ਮਹਾਨ ਹੋ ਸਕਦਾ ਤੇ ਰਾਗ ਵਿਦਿਆ ਤੇ ਖੁਸਰਿਆਂ ਜਿੰਨੀ ਖੁਸਰਿਆਂ ਦੇ ਕੋਲ ਹੁੰਦੀ ਰਾਗ ਵਿਦਿਆ ਕਿਸੇ ਕੋਲ ਹੁੰਦੀ ਨਹੀਂ ਹੈ। ਕੋਈ ਰਾਗੀ ਮਹਾਨ ਨਹੀਂ ਹੁੰਦਾ। ਰਾਗ ਤਾਂ ਕੋਈ ਵੀ ਸਿੱਖ ਸਕਦਾ। ਆ ਫਿਲਮਾਂ ਵਾਲੇ ਰਾਗ ਸੁਰ ਥੋੜਾ ਗਾਉਂਦੇ ਨੇ, ਉਹ ਮਹਾਨ ਹੋ ਗਏ ਧਰਮ ਦੀ ਦੁਨੀਆ ਅੰਦਰ। ਧਰਮ ਦੀ ਦੁਨੀਆ ਅੰਦਰ ਜੀਵਨ ਵਾਲੇ ਨੂੰ ਮਹਾਨ ਮੰਨਿਆ ਜਾਂਦਾ, ਰਾਗੀ ਨੂੰ ਨਹੀਂ ਮਹਾਨ ਮੰਨਿਆ ਜਾਂਦਾ।
ਧਰਮ ਦੀ ਦੁਨੀਆ ਅੰਦਰ ਕੋਈ ਕਥਾਵਾਚਕ ਨੂੰ ਮਹਾਨ ਨਹੀਂ ਮੰਨਿਆ ਜਾਂਦਾ, ਜੀਵਨ ਵਾਲੇ ਨੂੰ ਮਹਾਨ ਮੰਨਿਆ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਤੈ ਨਰ ਪ੍ਰਾਣ ਸੁਣ ਕਿਆ ਕੀਨਾ, ਤੂੰ ਕੀਤਾ ਕੀ ਹੈ? ਗ੍ਰੰਥ ਸੁਣ ਲੈ, ਤੂੰ ਕਥਾ ਸੁਣ ਲਈ ਆ, ਕੀਤਾ ਕੀ ਆ? ਤੇ ਅੰਨ ਭਾਵਣੀ ਭਗਤ ਨਾ ਉਪਜੀ, ਤੇਰੇ ਅੰਦਰ ਕੋਈ ਭਾਵਨਾ ਨਹੀਂ ਪੈਦਾ ਹੋਈ, ਤੇਰੇ ਅੰਦਰ ਕੋਈ ਗੁਰੂ ਵਾਸਤੇ ਰੱਬ ਵਾਸਤੇ ਪਿਆਰ ਨਹੀਂ ਪੈਦਾ ਹੋਇਆ, ਤੇ ਕੀਤਾ ਕੀ ਆ? ਤੂੰ ਮਹਾਰਾਜ ਕਹਿੰਦੇ ਇਹ ਕੀ ਕਰ ਰਹੇ ਹੋ ਤੁਸੀਂ? ਅੰਨ ਭਾਵਣੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ, ਕੋਈ ਆਪਣਾ ਹੱਥੋਂ ਦਾਨ ਨਹੀਂ ਦਿੱਤਾ, ਤੇਰੇ ਅੰਦਰ ਕੋਈ ਭਾਵਨਾ ਨਹੀਂ ਪੈਦਾ ਹੋਈ, ਤੇ ਤੂੰ ਕੀਤਾ ਕੀ ਗ੍ਰੰਥਾਂ ਨੂੰ ਸੁਣ ਕੇ? ਇਸ ਕਰਕੇ ਮਹਾਰਾਜ ਨੇ ਬਾਹਰੀ ਵੀ ਦਾਨ ਦੀ ਮਹਾਨਤਾ ਦੱਸੀ ਆ, ਤੇ ਹਰੀ ਦਾ ਨਾਮ ਸੁਣਨਾ ਪੜ੍ਹਨਾ ਸਭ ਤੋਂ ਵੱਡਾ ਦਾਨ ਹੈ, ਇਹਦੇ ਉੱਪਰ ਦਾਨ ਨਹੀਂ ਹੈ। ਲੱਖ ਅਰਬ ਖਰਬ ਦੀਨੋ ਦਾਨ, ਜਾਂ ਮਨ ਵਸਿਓ ਹਰ ਕੋ ਨਾਮ। ਇਸ ਕਰਕੇ ਕੋਈ ਰਾਗੀ ਮਹਾਨ ਨਹੀਂ ਹੁੰਦਾ, ਕੋਈ ਕਥਾਵਾਚਕ ਮਹਾਨ ਨਹੀਂ ਹੁੰਦਾ, ਜਿਹਦਾ ਜਿਹੜਾ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਸਤਿਗੁਰ ਕੇ ਰੀਸੇ ਹੋਰ ਕੱਚ ਵਿੱਚ ਬੋਲਦੇ। ਇਸ ਕਰਕੇ ਮਹਾਰਾਜ ਕਹਿੰਦੇ ਜੀਵਨ ਵਾਲਾ ਮਹਾਨ ਹੁੰਦਾ ਹੈ, ਕੋਈ ਰਾਗੀ ਮਹਾਨ ਨਹੀਂ ਹੁੰਦਾ। ਰਾਗ ਤਾਂ ਕੋਈ ਵੀ ਜਾਣਦੇ, ਮਰਾਸੀ ਵੀ ਰਾਗ ਤਾਂ ਜਾਣਦੇ ਨੇ, ਭੰਡ ਵੀ ਰਾਗ ਜਾਣਦੇ ਨੇ, ਰਾਗ ਨਾਲ ਕੀ ਹੋਣਾ ਹੈ? ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੇ। ਹਰੀ ਨੂੰ ਰਾਗ ਨਹੀਂ ਪਸੰਦ, ਹਰੀ ਨੂੰ ਪਿਆਰ ਪਸੰਦ ਹੈ, ਉਹਦੀ ਬੋਲੀ ਦਾ ਪਿਆਰ ਵਾ। ਨਾ ਭੀਜੇ ਰਾਗੀ ਨਾਦੀ ਵੇਦ, ਰਾਗੀ ਮੰਨਦਾ ਹੀ ਨਹੀਂ ਰਾਗ ਨੂੰ, ਤਾਂ ਉਹ ਤਾਂ ਪ੍ਰੇਮ ਨੂੰ ਮੰਨਦਾ। ਜਿਨ ਪ੍ਰੇਮ ਕੀਓ ਜਿਨ ਰਾਗ ਕੀਓ, ਉਹ ਨਹੀਂ। ਰਾਗੀ ਤੇ ਬੜੇ ਨੇ ਧਰਤੀ ਉੱਤੇ, ਕਿਸੇ ਦੇ ਅੰਦਰੋਂ ਕ੍ਰੋਧ ਮਰ ਗਿਆ, ਕਿਸੇ ਦੇ ਅੰਦਰੋਂ ਵੈਰ ਮਰ ਗਿਆ। ਅਗਿਆਨੀ ਮਸਕੀਨ ਸਿੰਘ ਦੀ ਇਹ ਗੱਲ ਸੁਣ ਲਓ, ਜਦੋਂ ਮੰਜੀ ਹਾਲ ਕਥਾ ਕਰਦੇ, ਮੈਂ ਉੱਥੇ ਬੈਠਾ ਸਾਂ, ਇਹ 2002 ਦੀ ਗੱਲ ਹੈ ਸ਼ਾਇਦ। ਉਹਦੇ ਮੁਕਾਬਲੇ ਤੇ ਕੋਈ ਹੋਰ ਗਿਆਨੀ ਕਥਾ ਕਰਨ ਲੱਗ ਪਿਆ ਆਣ ਕੇ ਮੰਜੀ ਹਾਲ, ਉਹ ਕਥਾ ਕਰਕੇ ਹਟੇ। ਤੇ ਉਹ ਬਾਹਰ ਕਰਨੈਲ ਸਿੰਘ ਗਰੀਬ ਅਮਰੀਕਾ ਤੋਂ ਆਇਆ ਸੀ, ਉਹ ਕਥਾ ਕਰਨ ਲੱਗ ਪਏ, ਤੇ ਗਿਆਨੀ ਸੰਤ ਸਿੰਘ ਮਸਕੀਨ ਉਹਦੇ ਨਾਲ ਈਰਖਾ ਕਰਨ ਲੱਗ ਪਿਆ। ਗਿਆਨੀ ਤਾਂ ਈਰਖਾ ਨਾਲ ਭਰੇ ਹੁੰਦੇ ਨੇ, ਪਰ ਰੱਬ ਦੇ ਪਿਆਰਿਆਂ ਦੇ ਅੰਦਰ ਨਹੀਂ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਗੁਰੂ ਅਰਜਨ ਦੇਵ ਨੇ ਆਖਿਆ, ਜਿਹੜੇ ਰਾਗ ਵਿਦਿਆ ਸਿੱਖ ਕੇ ਤੇ ਪੈਸਾ ਕਮਾਵੇ, ਇਹੋ ਜਿਹੇ ਰਾਗੀਆਂ ਤੋਂ ਬਚ ਕੇ ਰਹਿਣਾ। ਗੁਰੂ ਅਰਜਨ ਦੇਵ ਦੇ ਇਤਿਹਾਸ ਨੂੰ ਪੜ੍ਹ ਕੇ ਵੇਖ ਲਿਓ। ਕਹਿਣ ਲੱਗੇ, ਜਿਹੜਾ ਕਥਾ ਕਰਕੇ ਪੈਸਾ ਕਮਾਵੇ, ਇਹੋ ਜਿਹੇ ਕਥਾਵਾਚਕਾਂ ਕੋਲੋਂ ਬਚ ਕੇ ਰਹਿਣਾ, ਬਚ ਕੇ ਰਹਿਣਾ। ਮੈਂ ਕਹਿ ਰਿਹਾ ਸੀ, ਤੈ ਨਰ ਪ੍ਰਾਣ ਸੁਣ ਕਿਆ ਕੀਨਾ, ਤੂੰ ਕੀਤਾ ਕੀ ਹੈ? ਕਥਾ ਕਰਕੇ ਪੈਸੇ ਕਮਾ ਲੈ, ਕੀਰਤਨ ਕਰਕੇ ਪੈਸੇ ਕਮਾ ਲੈ, ਕੀਤਾ ਕੀ ਹੈ? ਕੀਰਤਨ ਸਿੱਖ ਕੇ ਕੀਤਾ ਕੀ ਹੈ? ਕੈਨੇਡਾ ਚਲ ਗਏ, ਪੈਸਾ ਕਮਾ ਲਿਆ। ਇਹ ਰਾਗ ਵਿਦਿਆ ਦਾ ਕੀ ਫਲ ਹੋਇਆ ਸਾਨੂੰ? ਨਹੀਂ ਨਹੀਂ ਨਹੀਂ, ਮਹਾਰਾਜ ਕਹਿੰਦੇ ਤੂੰ ਠੀਕ ਆ, ਸੁਣ ਧਰਮ ਗ੍ਰੰਥਾਂ ਨੂੰ, ਪਰ ਕਿਆ ਕੀਨਾ? ਤੈ ਨਰ ਪ੍ਰਾਣ ਸੁਣ ਕਿਆ ਕੀਨਾ, ਅੰਨ ਪਾਵਣੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ। ਜਿਹੜੇ ਰਾਗੀ ਕਹਿੰਦੇ ਸੀ ਮੈਂ 72 ਕੰਟਰੀਆਂ ਫਿਰਿਆ, ਪੰਜਾਬ ਦਾ ਇੱਕ ਪਿੰਡ ਨਹੀਂ ਦਿਖਿਆ, ਪੰਜਾਬ ਦਾ ਇੱਕ ਗੁਰਦੁਆਰਾ ਨਹੀਂ ਦਿਖਿਆ ਜਿੱਥੇ ਬੈਠ ਕੇ ਉਹਨੇ ਇੱਕ ਸ਼ਬਦ ਵੀ ਪੈਸੇ ਤੋਂ ਬਿਨਾਂ ਪੜ੍ਹਿਆ ਹੋਵੇ ਕੋਈ। ਤੇ 72 ਕੰਟਰੀਆਂ ਨੂੰ ਕਿਸੇ ਨੇ ਕੀ ਕਰਨਾ ਹੈ? ਤੇ 72 ਕੰਟਰੀਆਂ ਜਾ ਕੇ ਪੈਸਾ ਹੀ ਕਮਾਇਆ ਕਿ ਹੋਰ ਕੁਝ ਵੀ ਕੀਤਾ ਸੀ? ਨਾ 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 ਨਾ, ਅਸੀਂ ਨਹੀਂ ਉਸ ਨੂੰ ਮੰਨਦੇ, ਬਿਲਕੁਲ ਨਹੀਂ। ਤੇ ਮਹਾਰਾਜ ਕਹਿੰਦੇ, ਤੈ ਨਰ ਪ੍ਰਾਣ ਸੁਣ ਕਿਆ ਕੀਨਾ, ਅੰਨ ਭਾਵਣੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਕੀਨਾ। ਭੁੱਖਿਆਂ ਨੂੰ ਦਾਨ ਨਹੀਂ ਦਿੱਤਾ, ਕੋਈ ਸੇਵਾ ਨਹੀਂ ਕੀਤੀ, ਕੋਈ ਸਿਮਰਨ ਨਹੀਂ ਕੀਤਾ, ਤੇ ਕੀਤਾ ਕੀ? ਅਗਲਾ ਬਚਨ ਸੀ ਮਹਾਰਾਜ ਦਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ, ਦੇ ਬਰ ਨਿੰਦਾ ਘਟ ਤੇ ਨੀ ਛੂਟੀ, ਨੇਫਲ ਭਈ ਸਭ ਸੇਵਾ।
ਗਿਆਨੀ ਵੀ ਈਰਖਾ ਨਾ ਭਰਿਆ ਹੋਵੇ, ਕੀਰਤਨ ਕਰਨ ਵਾਲਾ ਵੀ ਲੋਭੀ ਹੋਵੇ, ਇਹ ਕਾਹਦਾ ਕੀਰਤਨ ਵਾ? ਇਹ ਕਾਹਦੀ ਕਥਾ ਹੋ ਰਹੀ ਹੈ? ਇਹ ਪੈਸੇ ਕਮਾਏ ਜਾ ਰਹੇ ਨੇ ਕਥਾ ਨਾਲ। ਇਹ ਧਰਮ ਨਹੀਂ ਕਮਾਇਆ ਜਾ ਰਿਹਾ, ਇਹ ਕਥਾ ਦੇ ਨਾਲ ਧੰਦਾ ਕੀਤਾ ਜਾ ਰਿਹਾ। ਅੱਜ ਕੀਰਤਨ ਮੇਰਾ ਧੰਦਾ ਬਣਿਆ ਹੋਇਆ ਵਾ, ਅੱਜ ਕਥਾ ਮੇਰੀ ਧੰਦਾ ਬਣਿਆ ਹੋਇਆ ਵਾ। ਤੇ ਇਹ ਫਿਰ ਜਿਹੜੇ ਪੈਸਾ ਲੈ ਕੇ ਕੀਰਤਨ ਕਰਦੇ ਨੇ, ਪੈਸਾ ਲੈ ਕੇ ਕਥਾ ਕਰਦੇ ਨੇ, ਫਿਰ ਉਥੋਂ ਦੇ ਪ੍ਰਬੰਧਕਾਂ ਦੇ ਤਲੇ ਚੱਟਦੇ ਨੇ। ਇਹ ਬੜੇ ਗੁਰਮੁਖ ਨੇ, ਇਹ ਬੜੀ ਪਵਿੱਤਰ ਰੂਹ ਆ ਜਿਹੜੇ ਪ੍ਰੋਗਰਾਮ ਕਰਾ ਰਹੇ ਨੇ, ਤਾਂ ਕਿ ਅਗਲੀ ਵਾਰੀ ਫੇਰ ਲਿਫਾਫਾ ਮਿਲ ਜੇ ਸਾਨੂੰ। ਗੱਲ ਤੇ ਸਾਰੀ ਲਿਫਾਫਿਆਂ ਦੇ ਮੁਖੀ ਹੋਈ ਹੈ। ਤੁਮਾਰਾ ਕਿਰਪਾ ਕਰਨ ਸੱਚੇ ਪਾਤਸ਼ਾਹ। ਭਾਈ ਸਾਹਿਬ ਕੋ ਕਹਿ ਰਹੇ ਅਰਥ ਨਹੀਂ ਸਹੀ ਕੀਤੇ। ਅਰਥ ਸਹੀ ਹੈ, ਤੁਸੀਂ ਅਰਥ ਅਜੇ ਤੱਕ ਗਲਤ ਸੁਣੇ ਨੇ। ਮੈਂ ਕਹਿ ਰਿਹਾ ਵੀ ਮਾਘ ਮੱਜਨ ਸੰਗ ਸਾਧੂਆਂ, ਸਾਧੂਆਂ ਦਾ ਸੰਗ ਕਰਨਾ ਇਹ ਵੱਡਾ ਇਸ਼ਨਾਨ ਹੈ। ਸੰਤ ਕਾ ਦਰਸ਼ਨ ਪੂਰਨ ਇਸ਼ਨਾਨ। ਸੰਤ ਦੇ ਦਰਸ਼ਨ ਦੇ ਉੱਪਰ ਕੋਈ ਇਸ਼ਨਾਨ ਨਹੀਂ ਹੈ। ਸੰਗਤ ਦੀ ਵਡਿਆਈ ਦਿੱਤੀ ਮਾਰਨ ਸੱਚੇ ਪਾਤਸ਼ਾਹ ਨੇ ਸੰਗਤ ਨੂੰ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਇਹ ਸੰਗਤ ਰੂਪੀ ਸਰੋਵਰ 'ਚ ਹਰੀ ਵਸਦਾ ਹੈ। ਬਾਹਰਲੇ ਤੀਰਥ ਸਾਡੇ ਗੁਰੂਆਂ ਨੇ ਬਣਾਏ ਨੇ, ਉੱਥੇ ਵੀ ਜਾਣਾ ਚਾਹੀਦਾ, ਇਸ਼ਨਾਨ ਕਰਨਾ ਚਾਹੀਦਾ ਹੈ। ਪਰ ਅਸਲੀ ਇਸ਼ਨਾਨ ਤਾਂ ਸੰਗਤ ਵਿੱਚ ਬੈਠ ਕੇ ਮਨ ਦਾ ਹੁੰਦਾ ਹੈ। ਤੀਰਥ ਅੰਤਰ ਜਾਣਿਆ। ਗੁਰੂ ਗ੍ਰੰਥ ਸਾਹਿਬ 'ਚ ਇੱਕ ਵੀ ਕੋਈ ਤੁਕ ਨਹੀਂ ਜਿਹੜੀ ਬਾਹਰੀ ਤੁਹਾਨੂੰ ਤੀਰਥ ਦੇ ਨਹਾਉਣ ਦੇ ਬਾਰੇ ਕਹਿੰਦੀ ਹੋਊਗੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੀ ਇੱਥੋਂ ਹੁੰਦੀ ਆ, ਸੋਚੇ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਬੰਦਿਆ ਤੀਰਥਾਂ ਤੇ ਜਾ ਕੇ ਤੇਰੇ ਕੋ ਸੁੱਚਾ ਨਹੀਂ ਹੋਇਆ ਜਾਣਾ, ਤੇ ਤੂੰ ਭਾਵੇਂ ਤੂੰ 100 ਤੀਰਥਾਂ ਤੇ ਜਾ ਕੇ ਆਹ ਨਹੀਂ ਹੋਇਆ ਜਾਣਾ, ਤੇ ਫਿਰ ਕਿੱਦਾਂ ਹੋਵੇਂਗੇ? ਮਾਘ ਪਨੀਤ ਪਈ, ਮੈਂ ਪਵਿੱਤਰ ਹੋ ਗਿਆ। ਕਿਸ ਤਰ੍ਹਾਂ? ਕਿਹੜੇ ਸਰੋਵਰ 'ਚ ਨਹਾਤੇ ਤੁਸੀਂ? ਕਿਹੜੇ ਤੀਰਥ ਤੇ ਗਏ? ਤੀਰਥ ਅੰਤਰ ਜਾਣਿਆ। ਮੈਂ ਅੰਦਰਲੇ ਤੀਰਥ ਨੂੰ ਜਾਣ ਲਿਆ। ਤੇ ਗੁਰੂ ਤੀਰਥ ਹੈ, ਸ਼ਬਦ ਤੀਰਥ ਹੈ, ਨਾਮ ਤੀਰਥ ਹੈ, ਸਾਧੂ ਤੀਰਥ ਹੈ, ਸੰਗਤ ਤੀਰਥ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਏ ਹੈ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਗੁਰੂ ਤੋਂ ਵੱਡਾ ਕੋਈ ਤੀਰਥ ਨਹੀਂ ਹੈ, ਸੰਗਤ ਤੋਂ ਵੱਡਾ ਕੋਈ ਤੀਰਥ ਨਹੀਂ ਹੈ। ਤੁਮਾਰੇ ਕਿਤੇ ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾ। ਤੁਮਾਰਾ ਕਿਰਪਾ ਕਰਨ ਭਾਈ। ਇਹ ਬਾਣੀ ਵੱਡਾ ਤੀਰਥ ਹੈ। ਤੇ ਮਨ ਮੱਜਨ ਕਰੇ ਇਸ਼ਨਾਨਾ ਹੈ। ਮਨ ਨੇ ਇਸ਼ਨਾਨ ਕਰਨਾ ਹੈ। ਮਨ ਗੰਦਾ ਹੈ, ਮਨ ਮੈਲਾ ਹੈ, ਮਨ ਈਰਖਾ ਨਾ ਭਰਿਆ ਹੈ, ਤੇ ਮਨ ਨੂੰ ਪਵਿੱਤਰ ਕਰਨਾ ਹੈ। ਤੇ ਤੀਰਥਾਂ ਦੇ ਜਾ ਕੇ ਇਹਨੇ ਪਵਿੱਤਰ ਅਜੇ ਤੱਕ ਨਾ ਕੋ ਹੋਇਆ ਵਾ ਤੇ ਨਾ ਹੋਇਆ ਜਾਣਾ ਵਾ। ਨਾਮ ਲੈਤ ਮਨ ਪ੍ਰਗਟ ਪਿਆ, ਨਾਮ ਲੈਤ ਪਾਪ ਤਨ ਤੇ ਗਿਆ, ਨਾਮ ਲੈਤ ਸਗਲ ਪੁਰਬਾਇਆ, ਨਾਮ ਲੈਤ 68 ਮਜਨਾਇਆ। ਮਹਾਰਾਜ ਕਹਿੰਦੇ ਕੋਈ ਤੈਨੂੰ ਪੁਰਬ ਮਨਾਉਣ ਦੀ ਲੋੜ ਨਹੀਂ ਹੈ। ਉਹ ਜਿਹੜਾ ਅਸੀਂ ਪੜ੍ਹਦੇ ਨਾ ਕਿ ਪ੍ਰਭ ਕਾ ਸਿਮਰਨ, ਪ੍ਰਭ ਕੇ ਸਿਮਰ ਤੀਰਥ ਇਸ਼ਨਾਨੀ। ਤੀਰਥਾਂ ਦੇ ਇਸ਼ਨਾਨ ਕਰਨਾ ਕੀ ਚਾਹੁੰਦਾ ਹੈ? ਤੂੰ ਰੱਬ ਦਾ ਨਾਮ ਜਪ। ਤੁਮਾਰਾ ਕਹਿੰਦੇ ਨਾਮ ਲੈਤ ਮਨ ਪ੍ਰਗਟ ਪਿਆ, ਨਾਮ ਲੈਤ ਪਾਪ ਤਨ ਤੇ ਗਿਆ, ਨਾਮ ਲੈਤ ਸਗਲ ਪੁਰਬਾਇਆ, ਨਾਮ ਲੈਤ 68 ਮਜਨਾਇਆ। ਹਰੀ ਦਾ ਨਾਮ ਠਾਠ ਤੀਰਥ ਹੈ, ਇਹ ਜਪੋ। ਕਲਯੁਗ ਦੇ ਅੰਦਰ ਕੌਣ ਕੋਈ ਮਾਰਨ ਕਿਹਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ। ਪਿਛਲੇ ਸਮੇਂ ਦੇ ਵਿੱਚ ਤੀਰਥਾਂ ਦੇ ਜਾ ਕੇ ਲੋਕੀ ਪਵਿੱਤਰ ਹੁੰਦੇ ਰਹੇ ਹੋਣਗੇ, ਪਰ ਮਾਰਨ ਕਿਹਾ ਨਹੀਂ, ਕਾਠ ਮਾਰ ਦਿੱਤੀ ਆ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ। ਕਲ ਮੈਂ ਕੀਰਤਨ ਹਰ ਨਾਮਾ। ਹੁਣ ਨਹੀਂ, ਹੁਣ ਤੀਰਥ ਤੁਹਾਨੂੰ ਪਵਿੱਤਰ ਨਹੀਂ ਕਰਨਗੇ, ਹੁਣ ਤਾਂ ਤੁਹਾਨੂੰ ਹਰੀ ਦਾ ਨਾਮ ਪਵਿੱਤਰ ਕਰੇਗਾ ਭਾਈ। ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਬਖਸ਼ੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕ ਕੋਈ ਸਰੋਵਰ ਨਹੀਂ ਸੀ
ਤੇ ਸਿੱਖ ਕਿੱਥੇ ਮੱਸਿਆ ਨਹਾਉਂਦੇ ਸੀ, ਕਿਹੜੀਆਂ ਪੁੰਨੀਆਂ ਨਹਾਉਂਦੇ ਸਨ? ਉਹ ਗੁਰੂ ਕੀ ਬਾਣੀ ਸੀ ਉਹਨਾਂ ਦੇ ਕੋਲ, ਮੂਲ ਮੰਤਰ। ਗੁਰੂ ਨਾਨਕ ਸਾਹਿਬ ਨੇ ਚੌਂ ਕੁੰਡਾਂ ਤੇ ਸਤਜੁਗ ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਮੰਤਰ ਜਪਦੇ ਸਨ। ਗੁਰੂ ਕੀ ਬਾਣੀ ਜਪਣਾ ਇਹ ਵੱਡਾ ਇਸ਼ਨਾਨ ਹੈ, ਇਹ ਵੱਡਾ ਦਾਨ ਹੈ, ਇਹ ਵੱਡਾ ਗਿਆਨ ਹੈ। ਇਸ ਤੋਂ ਉੱਪਰ ਨਹੀਂ ਹੈ। ਨਾਨਕ ਨਾਮ ਮਿਲੇ ਵਡਿਆਈ, ਇਹਦੋਂ ਉੱਪਰ ਕਰਮ ਨਹੀਂ, ਇਹਦੇ ਉੱਪਰ ਕੁਛ ਹੈ ਹੀ ਨਹੀਂ। ਹਰੀ ਦੇ ਨਾਮ ਤੋਂ ਉੱਪਰ ਕੁਛ ਵੀ ਨਹੀਂ ਹੈ। ਜਿੱਦਾਂ ਨਹੀਂ ਉਹ ਇੱਕ ਆਉਂਦਾ, ਅਸਮੇਧ ਜਗਣੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ। ਪਤਾ ਨਹੀਂ ਕਿੰਨੀ ਕੁ ਵਾਰੀ ਮਹਾਰਾਜ ਨੇ ਮਾਘ ਮਹੀਨੇ ਦੇ ਇਸ਼ਨਾਨ ਨੂੰ ਕਾਟ ਮਾਰ ਦਿੱਤੀ ਆ, ਤੇ ਫੇਰ ਵੀ ਕੋਈ ਆਖੇ ਤੁਸੀਂ ਅਰਥ ਗਲਤ ਕਰ ਰਹੇ ਹੋ। ਵਾਹ ਕੈਸੀ ਬਾਤ ਆ ਭਾਈ। ਕਹਿ ਲੈ ਸਾਹਿਬ ਸਿੰਘ ਦਾ ਟੀਕਾ ਪੜੋ, ਮੈਂ ਉਹ 7 ਵਾਰੀ ਪੜਿਆ ਸਾਹਿਬ ਸਿੰਘ ਦਾ ਟੀਕਾ ਅਰਥਾਂ ਸਮੇਤ। ਮੈਨੂੰ ਪਤਾ ਹੈ ਸਾਹਿਬ ਸਿੰਘ ਨੇ ਕੀ ਲਿਖਿਆ ਹੈ। ਕੋਈ ਹਵਾ 'ਚ ਨਹੀਂ ਮੈਂ ਗੱਲਾਂ ਕਰ ਰਿਹਾ, ਮੈਂ ਤਜਰਬਾ ਕਰਕੇ ਦੱਸ ਰਿਹਾ ਤੁਹਾਨੂੰ ਗੱਲਾਂ ਦਾ, ਗੁਰੂ ਦੀਆਂ ਬਾਤਾਂ ਦਾ। ਮੈਂ ਕੋਈ ਲਿਫਾਫਿਆਂ ਵਾਲਾ ਗਿਆਨੀ ਨਹੀਂ ਹੈ, ਮੈਂ ਕੋਈ ਲਿਫਾਫਿਆਂ ਵਾਲਾ ਕੀਰਤਨੀਆਂ ਨਹੀਂ ਹੈ। ਮੈਂ ਕਿਸੇ ਦੇ ਤਲੇ ਨਹੀਂ ਚੱਟਦਾ, ਕਿਸੇ ਨੂੰ ਮੈਂ ਬੜੀ ਬਿੱਤਰ ਰੂ ਬੜਾ ਵੱਡਾ ਪ੍ਰੋਗਰਾਮ ਕਰਾ ਰਿਹਾ, ਮੈਂ ਇਸ ਤਰ੍ਹਾਂ ਗੱਲਾਂ ਮੈਂ ਨਹੀਂ ਕਰਦਾ। ਮੈਂ ਚੱਲ ਤੋ ਖੈਰ ਮਹਾਰਾਜ ਕਹਿੰਦੇ ਅਸਮੇਧ ਜਗਣੇ, ਸਾਰੀ ਦੁਨੀਆ ਦਾ ਕੋਈ ਜੱਗ ਕਰ ਲਵੇ, ਦਾਣਾ ਰੋਟੀ ਪਾਣੀ ਛਕਾਏ। ਅਸਮੇਧ ਜਗਣੇ ਤੁਲਾ ਪੁਰਖ ਦਾਨੇ, ਆਪਣੇ ਬਰਾਬਰ ਰੋਜ਼ ਤੋਲ ਕੇ ਸੋਨਾ ਦਿੰਦਾ ਹੋਵੇ। ਪ੍ਰਾਗ ਇਸ਼ਨਾਨੇ, ਤੋ ਪ੍ਰਾਗ ਦੇ ਮਹੀਨੇ ਵਿੱਚ ਕੋਈ ਪ੍ਰਾਗ ਜਾ ਕੇ ਮਾਘ ਦੇ ਮਹੀਨੇ 'ਚ ਇਸ਼ਨਾਨ ਵੀ ਕਰਦਾ ਹੋਵੇ। ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ, ਤੋ ਨਾ ਪੂਜੇ ਹਰ ਕੀਰਤਨ ਨਾਮਾ। ਆਪਣੇ ਰਾਮੇ ਭਜ ਰੇ ਮਨ ਆਲਸੀਆ, ਐ ਮਨਾ ਦੁਨੀਆ ਤੀਰਥਾਂ ਤੇ ਜਾਵੇ, ਤੂੰ ਹਰੀ ਦੇ ਨਾਮ ਨੂੰ ਜਪ। ਤੀਰਥਾਂ ਦੇ ਉੱਤੇ ਤੇ ਮਹਾਰਾਜ ਕਿਹਾ ਫੇ ਤੀਰਥ ਜਾਓ ਤਾਂ ਹਉ ਹਉ ਕਰਦੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਉੱਥੇ ਉਹਨਾਂ ਨੇ ਵੱਡੀਆਂ ਵੱਡੀਆਂ ਗੋਲਕਾਂ ਰੱਖੀਆਂ ਨੇ, ਐਸ ਨੁਕਰੇ ਗੋਲਕ ਹੋਰ ਪਰਲੀ ਨੁਕਰੇ, ਕਿੰਨੀਆਂ ਗੋਲਕਾਂ ਇੱਕ ਤੀਰਥ ਉੱਤੇ ਪਈਆਂ ਹੁੰਦੀਆਂ ਨੇ, ਕਦੀ ਗਿਣਤੀ ਨਹੀਂ ਕੀਤੀ ਜੇ ਤੁਸੀਂ? ਕਿੰਨੀਆਂ ਗੋਲਕਾਂ ਰੱਖੀਆਂ ਹੁੰਦੀਆਂ ਤੀਰਥਾਂ ਤੇ ਉਹਨਾਂ ਲੋਕਾਂ ਨੇ ਠੱਗਣ ਵਾਸਤੇ। ਠੱਗਣ ਕੋ ਸੰਸਾਰ। ਮਰ ਗਿਆ ਤੀਰਥ ਜਾਓ ਤਾਂ ਹਉ ਹਉ ਕਰਦੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਸੋ ਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਤਾਂ ਮਹਾਰਾਜ ਨੇ ਕਲਯੁਗ ਦੇ ਅੰਦਰ ਕੀਰਤਨ ਨੂੰ ਬੜੀ ਮਹਾਨਤਾ ਦਿੱਤੀ, ਹਰੀ ਦੇ ਨਾਮ ਨੂੰ ਬੜੀ ਮਹਾਨਤਾ ਦਿੱਤੀ ਹੈ ਭਾਈ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਕੋਈ ਕਹਿ ਰਹੇ ਨੇ ਕਿ ਤੁਸੀਂ ਅਰਥ ਗਲਤ ਕਰ ਰਹੇ ਹੋ। ਭਾਈ ਮੈਂ ਨਾ ਕਦੀ ਅਰਥ ਗਲਤ ਕੀਤੇ ਆ ਤੇ ਨਾ ਮੈਂ ਕਰਨੇ ਆ। ਮੈਂ ਗੁਰੂ ਕਿਰਪਾ ਦੇ ਨਾਲ ਬੋਲਦਾ ਹੈ। ਮੈਂ ਕੋਈ ਵੇਖ ਕੇ ਵਿਆਖਿਆ ਨਹੀਂ ਕਰਨ ਦਿਆ, ਵੀ ਪੋਥੀਆਂ ਤੋਂ ਵਿਆਖਿਆ ਕਰਨ ਦਿਆ ਮੈਂ। ਨਾ ਨਾ ਨਾ, ਇਹ ਮਹਾਰਾਜ ਨੇ ਜੋ ਸਮੱਤ ਬਖਸ਼ੀ ਆ, ਜੋ ਗੁਰੂ ਘਰ ਝਾੜੂ ਫੇਰ ਕੇ ਗੁਰੂ ਘਰ ਦੀ ਸੇਵਾ ਭਰਾ ਕਰਕੇ ਜੋ ਮਹਾਰਾਜ ਨੇ ਜੋ ਸਮੱਤ ਦਿੱਤੀ, ਉਹਦੇ ਮੁਤਾਬਕ ਮੈਂ ਗੱਲ ਕਹਿ ਰਿਹਾ ਭਾਈ। ਤੇ ਕਮੈਂਟ ਕਰਨ ਵਾਲੇ ਭਾਈ ਸਾਹਿਬ ਕਹਿ ਰਹੇ ਤੁਸੀਂ ਅਰਥ ਗਲਤ ਕਰ ਰਹੇ ਹੋ। ਨਾ ਭਾਈ, ਅਰਥ ਬਿਲਕੁਲ ਸਹੀ ਹੈ। ਤੁਸੀਂ ਇੱਕ ਵੀ ਤੁਕ ਦੱਸ ਦਿਓ ਜਿਹੜਾ ਤੁਹਾਨੂੰ ਬਾਹਰੋਂ ਤੀਰਥ ਦੇ ਨਹਾਉਣ ਬਾਰੇ ਕੋਈ ਕਹਿੰਦੀ ਹੋਵੇ। ਮੈਂ ਨਹਾਉਣ ਦਾ ਵਿਰੋਧੀ ਨਹੀਂ ਹੈ, ਮੈਂ ਆਪ ਇਸ਼ਨਾਨ ਕਰਦਾ ਡੇਲੀ, ਇਸ਼ਨਾਨ ਕਰਕੇ ਹੁਣ ਕਥਾ ਕਰਨ ਦਿਆ। ਪਰ ਤੁਸੀਂ ਆਖੋ ਇਸ਼ਨਾਨ ਕਰਕੇ ਤੁਸੀਂ ਅੰਦਰੋਂ ਸਾਫ਼ ਹੋ ਜਾਓਗੇ, ਇਹ ਇਸ ਨਾਲ ਮੈਂ ਸਹਿਮਤ ਨਹੀਂ ਹੈ। ਹਾਂ, ਅੰਦਰੋਂ ਜਦ ਸੁਰਤ ਸ਼ਬਦ ਨਾਲ ਟਿਕ ਜਾਂਦੀ ਆ, ਸ਼ਬਦ ਦੇ ਵਿੱਚ ਜੁੜ ਜਾਂਦੀ ਆ, ਇਕਾਗਰ ਚਿੱਤ ਹੋ ਜਾਂਦਾ ਹੈ, ਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਪਵਿੱਤਰ ਹੋ ਜਾਂਦਾ ਹੈ। ਤੇ ਮਹਾਰਾਜ ਕਿਰਪਾ ਕਰਨ। ਮਾਘ ਪਨੀਤ ਪਈ ਤੀਰਥ ਅੰਤਰ ਜਾਣਿਆ। ਅੰਦਰਲਾ ਤੀਰਥ ਅਸੀਂ ਜਾਣ ਕੇ ਪਵਿੱਤਰ ਹੋ ਗਏ ਹਾਂ। ਬਾਹਰਲੇ ਤੀਰਥਾਂ ਤੇ ਨਾ ਅਜ ਤੱਕ ਪਵਿੱਤਰ ਹੋਇਆ ਤੇ ਨਾ ਕਿਸੇ ਕੋ ਹੋਇਆ ਜਾਣਾ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤਨ ਹਰਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋ ਦੇਖੋ ਵੇਦ ਪੁਰਾਣਾ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਬਾਹਰੀ ਵੀ ਦਾਨ ਕਰਨਾ ਹੈ, ਹਰੀ ਦਾ ਨਾਮ ਜਪਣਾ ਵੀ ਵੱਡਾ ਦਾਨ ਹੈ। ਤੇ ਮਹਾਰਾਜ ਦੋਵੇਂ ਸਾਡੀ ਝੋਲੀ 'ਚ ਪਾਏ ਨੇ। ਤੇ ਮਹਾਰਾਜ ਕਿਰਪਾ ਕਰਨ ਭਾਈ। ਇੱਥੇ ਹੁਣ ਵਿਚਾਰਾਂ ਦੀ ਸਮਾਪਤੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।